ਅਕਾਲ ਜੀ, ਮੈਂ ਹਾਂ ਸਾਇਰਾ ਤੇ ਤੁਸੀਂ ਦੇਖ ਰਹੇ ਹੋ ਜੀ ਪੀਟੀਸੀ ਸ਼ੋਕੇਸ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਫਿਲਮਾਂ ਦੇਖਣ ਦਾ ਕਿੰਨਾ ਜ਼ਿਆਦਾ ਸ਼ੌਂਕ ਹੈ ਤੇ ਅਕਸਰ ਜੇ ਹੁਣ ਅਸੀਂ ਗੱਲ ਕਰੀਏ ਤੇ ਅਸੀਂ ਫਿਲਮ ਦਾ ਪੋਸਟਰ ਦੇਖਦੇ ਹਾਂ, ਟੀਜ਼ਰ ਦੇਖਦੇ ਹਾਂ, ਟ੍ਰੇਲਰ ਦੇਖਦੇ ਹਾਂ ਐਂਡ ਦੈਨ ਵੀ ਡਿਸਾਈਡ ਕਿ ਇਸ ਫਿਲਮ 'ਚ ਅਸੀਂ ਇਨਵੈਸਟ ਕਰਨਾ ਹੈ ਕਿ ਨਹੀਂ, ਫਿਲਮ ਵੇਖੀ ਜਾਏ ਕਿ ਨਾ ਵੇਖੀ ਜਾਏ। ਬਟ ਦੈਨ ਕਮਸ ਸਮ ਐਕਟਰਸ ਸਾਡੀ ਪੰਜਾਬੀ ਇੰਡਸਟਰੀ 'ਚ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਚਲੋ ਇਹ ਕੋਈ ਕੰਮ ਲੈ ਕੇ ਆ ਰਹੇ ਨੇ ਤੇ ਬਹੁਤ ਫ੍ਰਿਵਲਸ ਤੇ ਨਹੀਂ ਹੋਏਗਾ, ਇਹਦਾ ਮਤਲਬ ਇਹ ਦੇਖਿਆ ਜਾ ਸਕਦਾ ਹੈ, ਐਟਲੀਸਟ ਇੱਕ ਵਾਰ ਮੌਕਾ ਤਾਂ ਜ਼ਰੂਰ ਦਿੱਤਾ ਜਾ ਸਕਦਾ ਹੈ। ਸੋ ਇੱਦਾਂ ਹੀ ਹੋਇਆ ਸੀ ਜਦ ਇਹਨਾਂ ਦੀ ਪਿਛਲੀ ਫਿਲਮ ਆਈ ਸੀ ਐਂਡ ਦ ਸੇਮ ਟੀਮ ਇਜ਼ ਕਮਿੰਗ ਬੈਕ। ਫਿਲਮ ਹੈ ਜੀ ਬੈਚ 2013 ਤੇ ਇਹ ਹੈ ਜੀ ਸਟਾਰ ਕਾਸਟ। Please welcome Hashnin Chauhan and Hardeep Garewal. ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, how are you guys? Good, Sarah. How are ਬਹੁਤ you? ਵਧੀਆ। ਬਹੁਤ ਵਧੀਆ, ਸੋ ਗੁੱਡ ਟੂ ਸੀ ਯੂ। ਐਂਡ ਜਿਵੇਂ ਮੈਂ ਕਿਹਾ ਕਿ ਇਹ ਜਿਹੜੀ ਟੀਮ ਹੈ ਫ੍ਰਿਵਿਲੇਜ ਜਾਂ ਕੁਝ ਕੰਟੈਂਟ ਨਹੀਂ ਲੈ ਕੇ ਆਉਂਦੀ ਐਂਡ ਡੈਫੀਨੇਟਲੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ। ਪਿਛਲੀ ਵਾਰ ਜਦੋਂ ਤੁਨਕਾ ਆਈ ਸੀ ਸਭ ਨੇ ਉਹ ਮੌਕਾ ਦਿੱਤਾ ਐਂਡ ਯੂ ਗਾਇਜ਼ ਪ੍ਰੂਵਡ ਯੋਰਸੈਲਵਸ ਐਂਡ ਹੁਣ ਬੈਚ 2013 ਲਈ ਬਹੁਤ ਬਹੁਤ ਮੁਬਾਰਕਾਂ ਆਲਰੇਡੀ। ਥੈਂਕ ਯੂ ਸੋ ਮਚ। Thank you. ਸੋ ਹਸ਼ਨੀਨ, ਬੈਚ 2013 ਜਦੋਂ ਸੇਮ ਟੀਮ ਤੁਹਾਨੂੰ ਰਿਪੀਟ ਕਰਦੀ ਹੈ ਕਿਉਂਕਿ ਵੀ ਆਰ ਡੂਇੰਗ ਅਨਦਰ ਫਿਲਮ ਤੁਹਾਡੇ ਨਾਲ ਕਰ ਰਿਹਾ, ਇਹ ਤੁਹਾਨੂੰ ਇੱਕ ਸੈਲਫ ਅਸ਼ੋਰੈਂਸ ਜੀ ਦਿੰਦਾ ਇਸ ਚੀਜ਼ ਕਿ ਯਾਰ ਪਿਛਲੀ ਵਾਰ ਵਧੀਆ ਹੋਇਆ ਸੀ ਤਾਂ ਹੀ ਦੁਬਾਰਾ ਰਿਪੀਟ ਹੋ ਰਿਹਾ? ਬਿਲਕੁਲ ਇੱਕ ਤਰ੍ਹਾਂ ਅਸ਼ੋਰੈਂਸ ਤਾਂ ਲੱਗਦੀ ਹੋਈ ਹੈ ਤੇ ਤੁਸੀਂ ਕੰਫਰਟੇਬਲ ਬਹੁਤ ਹੋ ਜਾਂਦੇ ਹੋ ਇੱਕ ਟੀਮ ਨਾਲ ਕੰਮ ਕਰਕੇ। ਤੁਹਾਨੂੰ ਇੱਕ ਦੂਜੇ ਤੇ ਟਰਸਟ ਹੁੰਦਾ ਹੈਗਾ ਕਿ ਅਸੀਂ ਜਿਸ ਤਰੀਕੇ ਦਾ ਕੰਮ ਅਸੀਂ ਐਜ਼ ਅ ਟੀਮ ਕਰ ਰਹੇ ਹਾਂ, ਮੈਨੂੰ ਉਹਨਾਂ ਦੇ ਸਟਾਈਲ ਆਫ ਵਰਕਿੰਗ ਤੇ ਟਰਸਟ ਹੈ, ਉਹਨਾਂ ਦੀ ਸਕ੍ਰਿਪਟ ਤੇ ਟਰਸਟ ਹੈ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਮੇਰੇ ਤੇ ਐਜ਼ ਐਨ ਆਰਟਿਸਟ ਟਰਸਟ ਹੈ, ਤਾਂ ਉਹ ਚੰਗਾ ਤਾਂ ਲੱਗਦਾ ਹੈ। ਇਟ ਇਜ਼ ਸੈਲਫ ਅਸ਼ੋਰਿੰਗ ਐਂਡ ਮੋਰ ਦੈਨ ਦੈਟ ਆਈਡ ਸੇ ਵੈਰੀ confidence boosting as well. Yeah, definitely. ਹਰਦੀਪ ਜੀ, ਤੁਹਾਡਾ ਵੀ ਜੇ ਜਦੋਂ ਵੀ ਗੱਲ ਹੁੰਦੀ, ਜਦੋਂ ਵੀ ਜ਼ਿਕਰ ਹੁੰਦਾ ਹੈ, ਬਹੁਤ ਕੌਨਫੀਡੈਂਟਲੀ ਬੰਦਾ ਕਹਿੰਦਾ ਹੈ ਕਿ ਇਹਨਾਂ ਦਾ ਸਿਨੇਮਾ ਬਹੁਤ ਮੀਨਿੰਗਫੁਲ, ਬਹੁਤ it has something to give, basically society 'ਚ ਕੁਛ betterment add ਕਰਦਾ ਹੈ। basically it's not just a time pass film ਜਾਂ a time pass song, ਉੱਦਾਂ ਦਾ ਕੁਛ ਨਹੀਂ ਹੁੰਦਾ। ਤੁਸੀਂ ਕੌਨਸ਼ੀਅਸਲੀ ਹਮੇਸ਼ਾ ਇੱਦਾਂ ਦੀ ਚੀਜ਼ਾਂ ਹੀ ਕਰਨਾ ਚਾਹੁੰਦੇ ਹੋ ਜਾਂ ਇਟ ਜਸਟ ਹੈਪਨਸ ਟੂ ਯੂ ਕਿ ਤੁਸੀਂ ਆਪੇ ਹੀ ਕੁਛ ਲਿਖਦੇ ਹੋ ਜਾਂ ਸੋਚਦੇ ਹੋ ਐਂਡ ਦੈਨ ਐਂਡ 'ਚ ਆ ਕੇ ਉਹ ਮੋਟੀਵੇਸ਼ਨਲ ਬਣ ਜਾਂਦਾ? ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਨਹੀਂ ਸੀ ਸੋਚਿਆ, ਕੋਈ ਜਨਰ ਨਹੀਂ ਸੀ ਪਤਾ, ਆਪਣੇ ਆਪ ਦਾ ਨਹੀਂ ਸੀ ਪਤਾ। 2015 ਦੀ ਗੱਲ ਕਰਦਾ ਜਦੋਂ ਮੈਂ ਡੈਬਿਊ ਕੀਤਾ ਸੀ ਐਜ਼ ਸਿੰਗਰ। ਪਰ ਜਦੋਂ ਜਿਹੜੀ ਚੀਜ਼ ਮੈਂ ਕੀਤੀ ਉਹਦਾ ਇੰਪੈਕਟ ਮੈਨੂੰ ਦਿਖਿਆ, ਇੰਪੈਕਟ ਇਨ ਦਾ ਸੈਂਸ ਵਿਊਜ਼, ਲਾਈਕਸ, ਇਹ ਸਾਰੀਆਂ ਚੀਜ਼ਾਂ ਇੱਕ ਪਾਸੇ, ਬਟ ਇੱਕ ਇਕੱਲੇ ਬੰਦੇ ਦੀ ਜ਼ਿੰਦਗੀ ਤੇ ਉਹਦਾ ਇੰਪੈਕਟ ਜਦੋਂ ਮੈਨੂੰ ਵਾਪਸ ਮਿਲਿਆ ਥਰੂ ਉਹਨਾਂ ਦੇ ਮੈਸੇजेस ਜਾਂ ਕਮੈਂਟਸ। ਹੁਣ ਇੱਕ ਮੈਸੇਜ ਹੁੰਦਾ ਵੀ ਬਹੁਤ ਵਧੀਆ ਜਾਂ ਇੱਦਾਂ ਦਾ ਸਿੰਪਲ ਕੁਛ ਲਿਖਤਾ, ਇੱਕ ਜਦੋਂ ਤੁਹਾਡੇ ਕੋਲ ਇੰਨੇ ਲੰਬੇ ਲੇਖ ਆਉਂਦੇ ਆ ਨਾ ਦਿਲੋਂ ਲਿਖੇ ਹੋਏ, ਉਹ ਫਿਰ ਗੱਲਾਂ ਝੰਜੋੜ ਕੇ ਰੱਖ ਦਿੰਦੇ ਨੇ ਤੁਹਾਨੂੰ। ਹੁਣ ਮੈਂ ਜੇ ਉਹ ਮੈਸੇਜ ਸਾਰੇ ਤੁਹਾਨੂੰ ਕੱਢ ਕੇ ਦਿਖਾਵਾਂ ਫਿਰ ਮੈਨੂੰ ਐਂ ਲੱਗਦਾ ਕਿ ਬਾਕੀ ਸਾਰੀਆਂ ਚੀਜ਼ਾਂ ਇੱਕ ਪਾਸੇ, ਲੋਕਾਂ ਦੀਆਂ ਦੁਆਵਾਂ ਇੱਕ ਪਾਸੇ, ਪੁੰਨ ਤੇ ਨਾਲੇ ਫਲੀਆਂ ਵਾਲਾ ਕੰਮ ਆ। ਠੀਕ ਹੈ ਜੀ, ਕੰਮ ਤੁਸੀਂ ਵੀ ਕਰਦੇ ਹੋ, ਕੰਮ ਆਪਾਂ ਸਾਰੇ ਕਰਦੇ ਹਾਂ, ਪੈਸਾ ਵੀ ਕਮਾਉਣ ਲਈ ਕਰਦੇ ਹਾਂ, ਨਾਮ ਕਮਾਉਣ ਲਈ ਵੀ ਕਰਦੇ ਹਾਂ, ਪਰ ਜੇ 1-2-4 ਬੰਦਿਆਂ ਦਾ ਭਲਾ ਹੋ ਜਾਵੇ ਜਾਂ ਉਹਨਾਂ ਨੂੰ ਕੋਈ ਪੋਜ਼ਿਟਿਵਿਟੀ ਮਿਲ ਜੇ, ਉਹਦੇ ਵਰਗੀ ਰੀਸ ਹੀ ਨਹੀਂ ਕੋਈ। ਟਰੂ। ਔਰ ਬੈਚ 2013 ਦੀ ਜੇ ਗੱਲ ਕੀਤੀ ਜਾਏ ਹਰਦੀਪ ਜੀ, ਤੁਹਾਡੀ ਜੋ ਸੈਕਿੰਡ ਹਾਫ ਵਾਲੀ ਲੁੱਕ ਹੈ ਇੰਨੀ ਕਿਲਰ ਹੈ ਨਾ, ਬਹੁਤ ਸਹੀ ਲੁੱਕ ਹੈ ਓਨੈਸਟਲੀ, ਇੱਕਦਮ ਸਿੰਗਮ ਵਾਈਬਸ ਆ ਰਹੀਆਂ ਨੇ ਐਂਡ ਆਈ ਐਮ ਵੈਰੀ ਸ਼ੋਰ ਤੁਸੀਂ ਬੋਡੀ ਲੈਂਗੁਏਜ ਤੇ ਵੀ ਬਹੁਤ ਵਰਕ ਕੀਤਾ ਹੋਏਗਾ। ਸੋ ਹਾਊ ਵਾਜ਼ ਇਟ ਲਾਈਕ ਦ ਪ੍ਰੋਸੈਸ ਬੈਚ 2013 ਦਾ? ਹਾਂਜੀ, ਇਹ ਸਾਨੂੰ ਵੀ ਜਦੋਂ ਆਹ ਟੀਜ਼ਰ ਹੋਇਆ ਰਿਲੀਜ਼ ਜਾਂ ਟ੍ਰੇਲਰ ਜਾਂ ਉਹ ਪੋਸਟਰ, ਉਸ ਤੋਂ ਪਹਿਲਾਂ ਤੱਕ ਨਹੀਂ ਸਾਨੂੰ ਇੰਨਾ ਪਤਾ ਸੀ ਵੀ ਇਸ ਲੁੱਕ ਦਾ ਇੰਨਾ ਇੰਪੈਕਟ ਹੋਊਗਾ, ਬਟ ਬਹੁਤ ਐਪਰੀਸ਼ੀਏਟ ਕਰ ਰਹੇ ਆ ਸਾਰੇ। ਡਿਫਾਈਨ ਕਰਨਾ ਸੀ ਕਰੈਕਟਰਸ ਨੂੰ, ਹੈ ਨਾ। 2 ਸ਼ੇਡਸ ਨੇ ਮੇਰੇ ਕਰੈਕਟਰ ਦੇ, ਇੱਕ ਲੇਜ਼ੀ ਆ, ਨਾਨ ਫੋਕਸਡ ਆ, ਪਤਾ ਨਹੀਂ ਟਾਰਗੇਟ ਕੀ ਆ ਲਾਈਫ ਦੇ ਵਿੱਚ। ਦੂਸਰਾ ਜਿਹੜਾ ਉਹ ਡਿਸਿਪਲਿਨਡ ਆ, ਬਹੁਤ ਓਰੀਐਂਟਡ ਆ, ਉਹਨੂੰ ਫੋਕਸਡ ਆ, ਉਹਨੂੰ ਪਤਾ ਮੈਂ ਜ਼ਿੰਦਗੀ 'ਚ ਕਰਨਾ ਕੀ ਆ। 2 ਜੋ ਸ਼ੇਡ ਨੇ ਮੇਰੀ ਲਾਈਫ ਦੇ। ਜਿਹੜਾ ਲੇਜ਼ੀ ਪਾਰਟ ਸੀ ਉਹਨੂੰ ਨਿਭਾਉਣ ਦਾ ਜਾਂ ਉਹਨੂੰ ਪੇਸ਼ ਕਰਨ ਦਾ, ਉਹਨੂੰ ਆਪਣੇ ਅੰਦਰ ਬਿਠਾਉਣ ਲਈ ਹੀ ਵੇਟ ਵਧਾਇਆ ਗਿਆ। ਤੇ ਜਿਹੜੀ ਆਹ ਲੁੱਕ ਤੁਸੀਂ ਦੇਖਦੇ ਹੋ, ਇਹ ਲੁੱਕ ਵੈਸੇ ਅਸੀਂ ਟਰਾਈ ਕੀਤੀ ਸੀ, ਇੱਕ ਸ਼ਾਰਟ ਮੂਵੀ ਸ਼ੂਟ ਕੀਤੀ ਸੀ ਤੁਣਕਾ ਦੀ ਰਿਲੀਜ਼ ਤੋਂ ਪਹਿਲਾਂ। ਲੋਕਡਾਊਨ ਸੀਗਾ, ਵਿਹਲੇ ਬੈਠੇ ਸੀ ਤੇ ਇੱਕ ਸ਼ਾਰਟ ਮੂਵੀ ਲਿਖੀ। ਉਦੋਂ ਥੋੜ੍ਹੇ ਜਿਹੇ ਬੰਦੇ ਅਲਾਊਡ ਹੁੰਦੇ ਸੀ, 20 ਬੰਦੇ ਅਲਾਊਡ ਹੁੰਦੇ ਸੀ ਸ਼ੂਟ ਲਈ। ਉਹ 2 ਕਰੈਕਟਰਸ ਦੀ ਕਹਾਣੀ ਸੀਗੀ ਤੇ ਉਹ ਅਸੀਂ ਸ਼ੂਟ ਕੀਤੀ। ਉਦੋਂ ਟਾਈਮ ਵੀ ਮੈਨੂੰ ਲੱਗਦਾ 6 ਵਜੇ ਦਾ ਟਾਈਮ ਹੁੰਦਾ ਸੀ ਵੀ 6 ਵਜੇ ਤੋਂ ਬਾਅਦ ਸ਼ੂਟ ਨਹੀਂ ਕਰ ਸਕਦੇ। ਉਨੇ ਕੁ ਟਾਈਮ ਦੇ ਵਿੱਚ ਅਸੀਂ ਸ਼ਾਰਟ ਮੂਵੀ ਸ਼ੂਟ ਕੀਤੀ, ਉਹਦੇ ਵਿੱਚ ਇਹ ਲੁੱਕ ਸੀ ਮੇਰੀ। ਤੇ ਜਦੋਂ ਆਹ ਬੈਚ 2013 ਦਾ ਕੰਮ ਸ਼ੁਰੂ ਹੋਇਆ, ਫਿਰ ਕਨਸੈਪਟ 'ਤੇ ਕੰਮ ਸ਼ੁਰੂ ਕੀਤਾ ਅਸੀਂ, ਤਾਂ ਹੀ ਉਹ ਅਸੀਂ ਫਿਰ ਹੋਲਡ ਔਨ ਕਰ ਲਈ ਸ਼ਾਰਟ ਮੂਵੀ।
ਓਕੇ ਉਹ ਅਸੀਂ ਸਾਡੀ ਬਣੀ ਪਈ ਆ, ਐਡਿਟ ਸਭ ਕੁਝ ਹੋਇਆ ਹੋਇਆ, ਬਟ ਅਸੀਂ ਰਿਲੀਜ਼ ਨਹੀਂ ਕੀਤੀ ਇਸੇ ਚੱਕਰ 'ਚ, ਕਿਉਂਕਿ ਉਹ ਲੁੱਕ ਜਿਹੜੀ ਆ ਫਿਰ ਅਸੀਂ ਚਾਹੁੰਦੇ ਸੀ ਵੀ ਇੰਪੈਕਟ ਇੱਥੇ ਹੀ ਆਵੇ। ਅੱਛਾ ਹਸ਼ਨੀਨ, ਜਿਵੇਂ ਹੁਣੇ ਗੱਲ ਕਰ ਰਹੇ ਸੀ ਕਿ ਇੱਕ ਪਹਿਲਾ ਵਰਜ਼ਨ ਸੀਗਾ ਹੀ ਇਜ਼ ਲੇਜ਼ੀ ਐਂਡ ਆਲ ਆਫ ਦੈਟ, ਤੇ ਇੱਕ ਹੈ ਜੋ ਬਹੁਤ ਡਿਸਪਲਿਨਡ ਹੈ, ਵਾਂਟਸ ਟੂ ਡੂ ਸਮਥਿੰਗ ਲਾਈਕ, ਤੁਸੀਂ ਸ਼ੁਰੂ ਤੋਂ ਕਿਵੇਂ ਰਹੋ? ਲਾਈਕ ਆਰ ਯੂ ਅ ਵੈਰੀ ਡਿਸਪਲਿਨਡ ਫੋਕਸਡ ਪਰਸਨ ਔਰ ਆਰ ਯੂ ਲਾਈਕ ਅ ਲੇਡ ਬੈਕ ਪਰਸਨ ਕਿ ਕੋਈ ਨਹੀਂ ਜਿੱਦਾਂ ਹੁੰਦਾ ਦੇਖੀ ਜਾਏਗੀ? ਨਹੀਂ, ਐਕਚੁਅਲੀ ਇਫ ਵੀ ਟਾਕ ਅਬਾਊਟ ਐਂਬੀਸ਼ਨਸ ਔਰ ਗੋਲਸ, ਮੈਂ ਸ਼ੁਰੂ ਤੋਂ ਬਹੁਤ ਐਂਬੀਸ਼ੀਅਸ ਰਹੀ ਹਾਂ। ਛੋਟੇ ਹੁੰਦੇ ਤੋਂ ਮੈਨੂੰ ਇੰਨਾ ਤਾਂ ਪਤਾ ਸੀਗਾ ਕਿ ਮੈਂ ਕੁਝ ਕਰਨਾ ਹੈ, ਜ਼ਰੂਰੀ ਕਰਨਾ ਹੈ, ਕਿ ਨਹੀਂ ਤਾਂ ਜ਼ਿਆਦਾਤਰ ਐਂਡ ਈਵਨ ਵੈਨ ਸਕੂਲ 'ਚ ਜਦੋਂ ਤੁਸੀਂ ਆਉਂਦੇ ਹੋ, ਕਾਲਜ 'ਚ ਆਉਂਦੇ ਹੋ, ਜ਼ਿਆਦਾਤਰ ਨਾ ਕਿ ਮੇਰੇ ਆਸ-ਪਾਸ ਜਿੰਨੀਆਂ ਵੀ ਕੁੜੀਆਂ ਸੀ ਜਾਂ ਸਰਕਲ ਸੀਗਾ, ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇਰੀਟੇਸ਼ਨ ਹੋਣ ਲੱਗ ਜਾਂਦੀ ਸੀ, ਕਿਉਂਕਿ ਉਹਨਾਂ ਦੀ ਗੱਲਾਂ ਹੁੰਦੀਆਂ ਸੀ ਬਸ ਮੈਂ ਤਾਂ ਕਾਲਜ ਬੁੱਕ ਦੇ ਸਾਰ ਵਿਆਹ ਕਰਾ ਲੈਣਾ, ਸਾਡੇ ਇੰਨੇ ਗਹਿਣੇ ਪਾਉਂਦੇ ਨੇ, ਸਾਡੇ ਐਂ ਕਰਦੇ ਨੇ, ਤੇ ਮੈਂ ਹੈਰਾਨ ਹੁੰਦੀ ਸੀ ਵੀ ਇਹ ਤਾਂ ਮੈਂ ਸਾਰਿਆਂ ਨਾਲੋਂ ਅਲੱਗ ਹਾਂ ਜਾਂ ਮੇਰੇ 'ਚ ਕੋਈ ਪ੍ਰੋਬਲਮ ਹੈ, ਕਿਉਂਕਿ ਮੈਂ ਕਦੇ ਵੀ ਐਂਬੀਸ਼ੀਅਸ ਮੈਂ ਬਹੁਤ ਜ਼ਿਆਦਾ ਰਹੀ ਹਾਂ ਛੋਟੇ ਹੁੰਦੇ ਤੋਂ, ਇਸ 'ਚ ਕੋਈ ਸ਼ੱਕ ਨਹੀਂ ਹੈ। ਲੇਕਿਨ ਇਹ ਜ਼ਰੂਰ ਸੀ ਕਿ ਇਫ ਵੀ ਟਾਕ ਫਿਜ਼ੀਕਲੀ, ਤਾਂ ਫਿਜ਼ੀਕਲੀ ਜ਼ਰੂਰ ਮੈਨੂੰ ਥੋੜ੍ਹਾ ਟਾਈਮ ਲੱਗਿਆ ਆਪਦੇ ਆਪ 'ਤੇ ਕੰਮ ਕਰਨ ਲਈ, ਬਿਕੋਜ਼ ਮੈਂ ਬਹੁਤ ਫੈਟ ਕਿਡ ਰਹੀ ਹਾਂ ਸ਼ੁਰੂ ਤੋਂ, ਐਂਡ ਇਹਦੇ ਵਿੱਚ ਮੇਰੇ ਘਰਦਿਆਂ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਨੇ ਹਮੇਸ਼ਾ ਬਸ ਐਂ ਕਹਿੰਦਾ ਖਾਓ ਖਾਓ, ਕੋਈ ਮੋਟੇ ਨਹੀਂ ਹੈਗੇ ਤੁਸੀਂ, ਸੋਹਣੇ ਲੱਗਦੇ ਹੋ ਜਿਵੇਂ। ਤਾਂ ਉਹ ਐਵੇਂ ਕਰਦੇ ਕਰਦੇ ਹੈ ਨਾ, ਅਤੇ ਕਾਫੀ ਵੇਟ ਪੁੱਟ ਔਨ ਹੋ ਗਿਆ ਸੀ ਇੱਕ ਪੁਆਇੰਟ ਆਫ ਟਾਈਮ 'ਤੇ ਲਾਈਫ ਦੇ ਵਿੱਚ, ਅਤੇ ਬਟ ਲੇਕਿਨ ਜਦੋਂ ਰਿਅਲਾਈਜ਼ ਕੀਤਾ ਕਿ ਨਹੀਂ ਹੁਣ ਸੀਰੀਅਸਲੀ ਪਰਸਿਊ ਕਰਨਾ ਹੈ ਚੀਜ਼ਾਂ ਨੂੰ, ਤਾਂ ਉਸ ਡਾਇਰੈਕਸ਼ਨ ਦੇ ਵਿੱਚ ਵੀ ਕੰਮ ਕਰਨਾ ਸ਼ੁਰੂ ਕੀਤਾ। ਸੋ ਯਾ ਇਟ ਹੈਜ਼ ਬੀਨ ਅ ਜਰਨੀ ਫॉर ਯੂ। It has been quite a journey, but to say whether it was either ambitious or lazy, I'll say 90% ambitious, 10% ਹੋ ਸਕਦਾ ਵੀ ਕਿਤੇ ਨਾ ਕਿਤੇ lazy ਹੋਇਆ। ਉਹ ਅਸੀਂ ਸਾਰੇ ਹੁੰਦੇ ਆ ਨਾ। ਹਾਂਜੀ। ਹਰਦੀਪ ਜੀ, ਤੁਸੀਂ ਐਜ਼ ਅ ਪਰਸਨ ਸ਼ੁਰੂ ਤੋਂ ਇਦਾਂ ਦੇ ਹੋ, ਐਂਬੀਸ਼ੀਅਸ, ਮੋਟੀਵੇਟਿਡ, ਹਮੇਸ਼ਾ ਇਨਸਪਾਇਰ ਕਰਨ ਵਾਲੇ, ਕਿ ਅਸਲ ਜ਼ਿੰਦਗੀ 'ਚ ਹਰਦੀਪ ਗਰੇਵਾਲ ਥੋੜੇ ਲੇਡ ਬੈਕ ਨੇ, ਕੋਈ ਨਹੀਂ ਦੇਖਦੇ ਆ, ਹੁੰਦਾ ਹੈ ਕਰਾਂਗੇ? ਨਹੀਂ, ਜਦੋਂ ਕੰਮ ਕਰਦੇ ਆ ਜੀ ਦੇਖੋ, ਉਦੋਂ ਤਾਂ ਕੋਈ ਲੇਡ ਬੈਕ ਸਿਚੁਏਸ਼ਨ ਨਹੀਂ ਹੁੰਦੀ। ਜਦੋਂ ਕੋਈ ਪ੍ਰੋਜੈਕਟ 'ਤੇ ਕੰਮ ਕਰ ਰਹੇ ਆ ਹੈ ਨਾ, ਫਿਰ ਦਿਨ ਨਹੀਂ ਰਾਤ ਨਹੀਂ, ਫਿਰ ਕੋਈ ਹੋਰ ਚੀਜ਼ ਮੈਨੂੰ ਨਹੀਂ ਲੱਗਦਾ ਦੁਨੀਆ ਦੀ ਇੱਦਾਂ ਦੀ ਹੈਗੀ ਆ ਵੀ ਮੈਨੂੰ ਉਹ ਇੱਧਰ ਉੱਧਰ ਕਰ ਦੂਗੀ ਮਾੜਾ ਮੋਟਾ। ਜਦੋਂ ਤੁਸੀਂ ਕੰਮ ਕਰ ਲਿਆ, ਤੁਹਾਡਾ ਫਿਨਿਸ਼ ਹੋ ਗਿਆ ਪ੍ਰੋਜੈਕਟ, ਲੋਕਾਂ ਦੇ ਸਾਹਮਣੇ ਆ, ਫਿਰ ਮੈਂ ਲੇਡ ਬੈਕ ਫਿਰ ਜਾਣਾ। ਅਦਰਵਾਈਜ਼ ਤਾਂ ਫੋਕਸਡ ਰਹੀਦਾ ਹੈ ਨਾ। ਮਤਲਬ ਉਹੀ ਹੈ ਕਿ ਚਿਣਗ ਜੀ ਹੁੰਦੀ ਆ ਦਿਲ ਦੇ ਵਿੱਚ ਵੀ ਘਾਟ ਨਾ ਰਹਿ ਜੇ ਕਿਸੇ ਚੀਜ਼ 'ਤੇ ਵੀ, ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ, ਕਿਉਂਕਿ ਇਨਵੋਲਵਡ ਰਹੀਦਾ ਪ੍ਰੋਜੈਕਟ 'ਚ ਫਰੋਮ ਦਾ ਪੁਆਇੰਟ ਕਿ ਜਦੋਂ ਤੋਂ ਉਹ ਕਨਸੈਪਟ ਸ਼ੁਰੂ ਹੋਇਆ ਟੂ ਐਜ਼ ਅ ਪ੍ਰੋਡਿਊਸਰ ਜਦੋਂ ਹੁਣ ਅਸੀਂ ਰਿਲੀਜ਼ ਕਰ ਰਹੇ ਹਾਂ, ਛੋਟੀ ਛੋਟੀ ਚੀਜ਼ਾਂ 'ਚ ਇਨਵੋਲਵ ਰਹੀਦਾ ਹੀ ਆ ਅਤੇ ਕਰੀਦਾ ਹੀ ਆ। ਇੱਕ ਵਾਰ ਇੱਕ ਬਾਲੀਵੁੱਡ ਫਿਲਮ ਹੈ, ਉੱਥੇ ਵੀ ਉਹਨਾਂ ਨੇ ਫਿਜ਼ੀਕਲ ਟਰਾਂਸਫੋਰਮੇਸ਼ਨ ਕੀਤੀ ਸੀ ਐਂਡ ਆਈ ਵਾਜ਼ ਇੰਟਰਵਿਊਇੰਗ ਦੈਮ। ਉਹਨਾਂ ਦੀ ਗੱਲਾਂ ਤੋਂ ਇੱਕ ਗੱਲ ਜਾਣੀ ਕਿ ਬਈ ਜਦੋਂ ਕੋਈ ਵੀ ਆਪਣੀ ਬੋਡੀ ਟਰਾਂਸਫੋਰਮੇਸ਼ਨ ਕਰਦਾ ਹੈ, ਮੋਰ ਦੈਨ ਫਿਜ਼ੀਕਲ ਇਟਸ ਵੈਰੀ ਵੈਰੀ ਮੈਂਟਲ, ਇੱਕ ਮੈਂਟਲ ਪ੍ਰੋਸੈਸ ਹੁੰਦਾ ਹੈ, ਤਾਂ ਜਾ ਕੇ ਬੰਦੇ ਦੀ ਫਿਜ਼ੀਕਲ ਟਰਾਂਸਫੋਰਮੇਸ਼ਨ ਦਿਖਦੀ ਹੈ, ਭਾਵੇਂ ਉਹ ਪਤਲਾ ਹੋਣਾ ਹੋਏ, ਮੋਟਾ ਹੋਣਾ ਹੋਏ, ਬੋਥ ਆਰ ਵੈਰੀ ਡਿਫਿਕਲਟ। ਤੁਹਾਡੇ ਲਈ ਫਰੋਮ ਸਟਾਰਟ, ਜਿਵੇਂ ਕਿ ਤੁਸੀਂ ਕਿਹਾ ਕਿ ਰਾਈਟਿੰਗ ਸਟੇਜ ਤੋਂ ਲੈ ਕੇ ਹੁਣ ਜਦੋਂ ਤੱਕ ਰਿਲੀਜ਼ ਹੋ ਜਾਏਗੀ, ਉਹ ਪੂਰਾ ਫੇਜ਼ ਇੰਨਾ ਮੋਟੀਵੇਟਿਡ ਰਹਿਣਾ ਜਸਟ ਫॉर 20-25 ਡੇਜ਼ ਸ਼ਡਿਊਲ, ਆਈ ਥਿੰਕ ਆਫਟਰ ਸ਼ਡਿਊਲ ਮੈਂ ਥੋੜਾ ਦੇਖ ਰਹੀ ਸੀ 25 ਕੁ ਦਿਨਾਂ ਦਾ ਸੀਗਾ ਜਿਹੜਾ ਸੈਕਿੰਡ ਲੁੱਕ ਵਾਲਾ ਤੁਸੀਂ ਕਹਿ ਰਹੇ ਸੀ ਸ਼ਾਇਦ। ਹਾਂਜੀ, ਪਹਿਲਾਂ ਵੀ 25 ਦਿਨ ਦਾ ਲਾਇਆ, ਫਿਰ ਦੁਬਾਰਾ ਫਿਰ 25 ਦਿਨ ਦਾ, ਅਗੇਨ 25 ਡੇਜ਼। ਪਰ ਅਸੀਂ ਆਣਾ ਬਿਲਕੁਲ ਆਪਣੇ ਯੂ نو ਇਨ ਦੈਟ ਸ਼ੇਪ ਚਾਹੀਦਾ ਸਾਨੂੰ, ਫਿਰ ਹੀ ਉਹ 25 ਦਿਨ ਲੱਗਣਗੇ। ਸੋ ਦੈਟ ਕਾਈਂਡ ਆਫ ਮੈਂਟਲ ਮੋਟੀਵੇਸ਼ਨ ਤੁਸੀਂ ਆਪਣੇ ਆਪ ਨੂੰ ਕਿਵੇਂ ਰੱਖਦੇ ਹੋ ਕਿ ਓਕੇ ਆਈਲ ਡੂ ਇਟ? ਐਕਚੁਅਲੀ ਜਦੋਂ ਸ਼ੁਰੂ ਕਰਦੇ ਆ ਨਾ ਆਪਾਂ ਕੋਈ ਪ੍ਰੋਜੈਕਟ, ਰਾਈਟਿੰਗ ਫੇਜ਼ 'ਚ ਹੁੰਦਾ, ਉਦੋਂ ਐਜ਼ ਅ ਜੇ ਹੁਣ ਮੈਂ ਰਾਈਟਰ ਹਾਂ ਤਾਂ ਮੈਨੂੰ ਪਤਾ ਹੁੰਦਾ ਵੀ ਮੇਰੀ ਇੱਕ ਕਰੈਕਟਰ ਦੀ ਰਿਕੁਆਇਰਮੈਂਟ ਕੀ ਆ, ਹੈ ਨਾ। ਹੁਣ ਉਹ ਲਿਖਣੀ ਵੀ ਮੈਂ ਹੀ ਆ ਤੇ ਕਰਨੀ ਵੀ ਮੈਂ ਹੀ ਆ, ਫਿਰ ਮੈਨੂੰ ਆਪਣੀਆਂ ਹੱਦਾਂ ਬੰਨੇ ਸਾਰੇ ਪਤਾ ਹੁੰਦੇ ਆ ਕਿ ਮੈਂ ਕਿੰਨਾ ਕੁ ਪੁਸ਼ ਕਰ ਸਕਦਾ ਤੇ ਕਿੰਨਾ ਮੈਨੂੰ ਇਹਦੇ 'ਚ ਐਕਸਟਰਾ ਪੁਸ਼ ਕਰਨਾ ਪੈਣਾ। ਮੈਨੂੰ ਕਿਸੇ ਸੈਕਿੰਡ ਪਰਸਨ ਨੇ ਤਾਂ ਆ ਕੇ ਪਹਿਲਾਂ ਦੱਸਣਾ ਨਹੀਂ ਵੀ ਫॉर ਦਿਸ ਰੋਲ ਤੁਹਾਨੂੰ ਇੰਨਾ ਵੇਟ ਪੁੱਟ ਔਨ ਕਰਨਾ ਪੈਣਾ ਜਾਂ ਇਹ ਜਾਂ ਉਹ, ਹੈ ਨਾ। ਫਿਰ ਇਹਦਾ ਮਤਲਬ ਉਹ ਡਿਸੀਜਨ ਮੇਰਾ ਹੋਇਆ। ਜੇ ਡਿਸੀਜਨ ਮੇਰਾ ਹੋਇਆ ਤਾਂ ਕਮਿਟਮੈਂਟ ਵੀ ਮੇਰੀ ਹੋਊ ਤੇ ਕਰਨਾ ਵੀ ਮੈਨੂੰ ਹੀ ਪੈਣਾ, ਹੈ ਨਾ। ਨੋਬਡੀ ਇਜ਼ ਦੇਅਰ ਟੂ ਪੁਸ਼ ਯੂ ਜਾਂ ਕੋਈ ਪ੍ਰੈਸ਼ਰ ਜਾਂ ਕੋਈ ਇੱਦਾਂ ਦੀ ਚੀਜ਼। ਇਹਦਾ ਮਤਲਬ ਤੁਹਾਡਾ ਆਪਣਾ ਆਪਣੇ ਸਿਰ 'ਤੇ ਰੱਖਿਆ ਹੋਇਆ ਭਾਰ ਆ ਜਿਹੜਾ ਤੁਹਾਨੂੰ ਹੀ ਚੱਕਣਾ ਪੈਣਾ ਫਿਰ। ਸੋ ਉਹ ਚੀਜ਼ ਕਿਤੇ ਨਾ ਕਿਤੇ ਹੈਲਪ ਵੀ ਕਰਦੀ ਆ ਤੁਹਾਨੂੰ। ਆਊਟਰ ਮੋਟੀਵੇਸ਼ਨ, ਆਊਟਰ ਪੁਸ਼, ਕਿਸੇ ਦੀ ਉਹਦੇ ਸਮਝ ਲਓ ਕਿਸੇ ਦੇ ਸਾਥ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਕਿ ਹਾਂ ਕੋਈ ਚੱਕਰ ਨਹੀਂ, ਯੂ ਕੈਨ ਡੂ ਇਟ, ਤੈਨੂੰ ਕਰਨਾ ਚਾਹੀਦਾ, ਹੈ ਨਾ। ਉਹ ਮੈਨੂੰ ਪਤਾ ਵੀ ਹੁਣ ਇਹ ਪੰਗਾ ਤਾਂ ਮੈਂ ਹੀ ਲਿਆ, ਹੈ ਨਾ, ਮੈਨੂੰ ਹੀ ਕਰਨਾ ਪੈਣਾ। ਸੋ ਦੈਟਸ ਵਾਈ ਉਹ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦਾ ਟਿਲ ਦਾ ਟਾਈਮ ਤੁਸੀਂ ਉਸ ਪ੍ਰੋਜੈਕਟ ਦੇ ਵਿੱਚੋਂ ਰਿਲੀਜ਼ ਨਹੀਂ ਹੋ ਜਾਂਦਾ।
ਤੁਸੀਂ ਕਿਤੇ ਨਾ ਕਿਤੇ ਇਨਵੋਲਵਡ ਰਹਿੰਦੇ ਹੋ, ਉਹ ਚੀਜ਼ ਹੈਲਪ ਕਰਦੀ ਆ ਮੈਨੂੰ ਲੱਗਦਾ। ਹਰਦੀਪ ਜੀ, ਨਾਓ ਦੈਟ ਯੂ ਆਰ ਅ ਇੰਟੈਗਰਲ ਪਾਰਟ ਆਫ ਆਰ ਇੰਡਸਟਰੀ, ਹਸ਼ਨੀਨ ਯੂ ਹੈਵ ਆਲਸੋ ਬੀਨ ਹੀਅਰ ਫॉर ਨਾਓ ਕੁਆਇਟ ਸਮ ਟਾਈਮ, ਇਹ ਚੀਜ਼ ਨੂੰ ਕੋਈ ਨਿਗਲੈਕਟ ਨਹੀਂ ਕਰ ਸਕਦਾ ਕਿ ਸਾਡੀ ਇੰਡਸਟਰੀ 'ਚ ਹੁਣ ਛੋਟੇ ਕਾਫੀ ਗਰੁੱਪਸ ਬਣ ਚੁੱਕੇ ਨੇ। ਲਾਈਕ ਸਮ ਡਾਇਰੈਕਟਰਸ ਵਿਲ ਵਰਕ ਵਿਦ ਸਰਟਨ ਐਕਟਰਸ, ਫਿਰ ਕੁਝ ਪ੍ਰੋਡਿਊਸਰਸ ਆ ਸਰਟਨ ਐਕਟਰਸ 'ਤੇ ਪੈਸੇ ਲਾਉਂਦੇ ਆ। ਤੁਹਾਨੂੰ ਇੱਦਾਂ ਲੱਗਦਾ ਕਿ ਤੁਸੀਂ ਇੱਕ ਆਪਣਾ ਵੱਖਰਾ ਗਰੁੱਪ ਕ੍ਰੀਏਟ ਕਰ ਰਹੇ ਹੋ ਕਿ ਇਸ ਗਰੁੱਪ 'ਚ ਇਹੀ ਐਕਟਰਸ ਆ ਰਹੇ ਨੇ? ਨਹੀਂ, ਗਰੁੱਪ ਦੇਖੋ, ਜੇ ਇਹਨੂੰ ਪੋਜ਼ਿਟਿਵਲੀ ਲਵਾਂਗੇ ਤਾਂ ਗਰੁੱਪ ਬੜਾ ਅੱਛਾ ਵਰਡ ਆ, ਹਨਾ। ਗਰੁੱਪ ਦਾ ਮਤਲਬ ਹੁੰਦਾ ਟੀਮ, ਫਿਰ ਉਹ ਅੱਛਾ ਵਰਡ ਆ। ਨੈਗੇਟਿਵਲੀ ਲਵਾਂਗੇ ਤਾਂ ਫਿਰ ਉਹ ਕਈ ਵਾਰੀ ਮਾੜਾ ਹੋ ਜਾਂਦਾ। ਪੋਜ਼ਿਟਿਵਲੀ ਅਸੀਂ ਪੋਜ਼ਿਟਿਵਲੀ ਲੈਂਦੇ ਆ। ਸਾਡਾ ਇੱਕ ਗਰੁੱਪ ਆ ਜਿਹੜਾ, ਸਾਡੀ ਟੀਮ ਆ, ਹੁਣ ਹਸ਼ਨੀਨ ਸਾਡੇ ਗਰੁੱਪ ਦਾ ਮੈਂਬਰ ਆ ਨਾ, ਤੇ ਸਾਡੀ ਡਾਇਰੈਕਸ਼ਨ ਟੀਮ ਹੋ ਗਈ, ਈਵਨ DOP ਜਾਂ ਟੈਕਨੀਕਲ ਬੰਦੇ ਸਾਰੇ, ਪ੍ਰੋਡਕਸ਼ਨ ਟੀਮ ਹੋ ਗਈ, ਸਾਰੇ ਸਾਡੇ ਹੁਣ ਗਰੁੱਪ ਦੇ ਮੈਂਬਰਸ ਨੇ। ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਬਾਹਰ ਕੰਮ ਨਹੀਂ ਕਿਤੇ ਕਰਨਗੇ। ਹਸ਼ਨੀਨ ਨੇ ਕੀਤੀ ਆ ਮੂਵੀ, ਹੈ ਨਾ, ਤੇ ਬਾਕੀ ਬੰਦੇ ਵੀ ਜਿਹੜੇ ਕਰ ਰਹੇ ਆ ਉਹ ਕਰ ਸਕਦੇ ਆ। ਕੋਈ ਇਦਾਂ ਦੀ ਗੱਲ ਨਹੀਂ ਵੀ ਸਾਡੇ ਗਰੁੱਪ ਦਾ ਬੰਦਾ ਕਿਤੇ ਬਾਹਰ ਕੰਮ ਨਹੀਂ ਕਰੂਗਾ। ਗਰੁੱਪਿਜ਼ਮ ਨਹੀਂ ਹੈ, ਬਟ ਉਹ ਸਾਡੀ ਟਿਊਨਿੰਗ ਆ ਆਪਸ 'ਚ, ਉਹ ਵਰਕ ਕਰਦੀ ਆ। ਸਾਨੂੰ ਬੌਂਡਿੰਗ ਜਿਹੜੀ ਆਪਸ 'ਚ ਲੱਗਦਾ ਉਹ ਪੋਜ਼ਿਟਿਵ ਆ। ਹਸ਼ਨੀਨ, ਤੁਸੀਂ ਬਾਹਰ ਦੇ ਗਰੁੱਪਸ 'ਚ ਜਦੋਂ ਕੰਮ ਕਰਦੇ ਹੋ ਤੇ ਤੁਸੀਂ ਲਾਈਕ ਡੂ ਯੂ ਫੀਲ ਦੈਟ ਫੀਲਿੰਗ ਕਿ ਬਈ ਸਰਟਨ ਪ੍ਰੋਡਿਊਸਰਸ ਓਨਲੀ ਇਨਵੈਸਟ ਔਨ ਸਰਟਨ ਐਕਟਰਸ? ਤਾਂ ਤੁਸੀਂ ਇਸ ਗੱਲ ਨਾਲ ਐਗਰੀ ਕਰਦੇ ਹੋ? ਵੈਸੇ ਸੋ ਫਾਰ ਫਰਮ ਮਾਈ ਐਕਸਪੀਰੀਅੰਸ, ਮਤਲਬ ਮੈਂ ਇਹ ਸਮਝਦੀ ਹਾਂ ਕਿ ਮੈਂ ਕਿਸੇ ਵੀ ਗਰੁੱਪ ਦਾ ਵਿੱਚ ਐਜ਼ ਸੱਚ ਐਵੇਂ ਕੋਈ ਹਿੱਸਾ ਨਹੀਂ ਹੈਗੀ। ਜਿਵੇਂ ਇਹਨਾਂ ਨਾਲ 2 ਫਿਲਮਾਂ ਕਰ ਰਹੀ ਹਾਂ, ਸਾਡਾ ਇੰਨਾ ਕੁ ਬੌਂਡ ਹੈ ਕਿ ਅਸੀਂ ਸੈੱਟ ਦੇ ਉੱਤੇ ਬਹੁਤ ਕੰਫਰਟੇਬਲ ਹਾਂ ਕੰਮ ਕਰਦੇ ਹੋਏ। ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਇੰਨਾ ਨਾਲ ਹੀ ਕੰਮ ਕਰਨਾ ਹੈ, ਠੀਕ ਹੈ, ਜਾਂ ਫਿਰ ਜਿਵੇਂ ਕੱਲ ਨੂੰ ਕਿਸੇ ਹੋਰ ਨਾਲ ਵੀ ਦੂਜੇ ਫਿਲਮ ਜਾਂ ਕੋਈ ਇੱਕ ਪ੍ਰੋਜੈਕਟ ਰਿਪੀਟ ਕਰ ਲੈਣੀ ਹੈ ਤਾਂ ਮੈਂ ਹੁਣ ਉਹਨਾਂ ਦਾ ਹਿੱਸਾ ਹੋ ਗਈ। ਇਹ ਚੀਜ਼ ਨਹੀਂ ਹੈ। ਲੇਕਿਨ ਹਾਂ, ਇਹ ਗੱਲ ਜੋ ਤੁਸੀਂ ਕਹੀ ਹੈ ਇਹ ਆਪਾਂ ਨੂੰ ਅਕਸਰ ਦੇਖਣ ਨੂੰ ਜ਼ਰੂਰ ਮਿਲਦੀ ਹੈ। ਪਰ ਸਰ ਨੇ ਜਿਹੜੀ ਗੱਲ ਕਹੀ ਨਾ, ਉਹ ਬਹੁਤ ਸਹੀ ਹੈ ਐਕਚੁਅਲੀ ਦੇ ਵਿੱਚ। ਤੁਸੀਂ ਕਿਸੇ ਨਾਲ ਕੰਮ ਕਰਦੇ ਹੋਏ ਤੁਹਾਡੀ ਟਿਊਨਿੰਗ ਇੰਨੀ ਅੱਛੀ ਬੈਠ ਜਾਂਦੀ ਕਿ ਤੁਹਾਨੂੰ ਲੱਗਦਾ ਹੈਗਾ ਕਿ ਯਾਰ ਇੱਥੇ ਆਪਾਂ ਇਸ ਆਰਟਿਸਟ ਨੂੰ ਰਿਪੀਟ ਕਰ ਸਕਦੇ ਹਾਂਗੇ, ਇੱਥੇ ਉਹ ਫਿੱਟ ਬੈਠੂਗਾ। ਬਟ ਕਿਸੇ ਪੁਆਇੰਟ ਤੇ ਤੁਹਾਡਾ ਆਰਟਿਸਟ ਫਿੱਟ ਵੀ ਨਹੀਂ ਬੈਠ ਰਿਹਾ ਹੈਗਾ, ਲੇਕਿਨ ਤੁਸੀਂ ਉਹਨੂੰ ਫਿਰ ਵੀ ਆਪਦੇ ਵਿੱਚ ਲੈ ਕੇ ਆ ਰਹੇ ਹੋ ਕਿ ਨਹੀਂ ਇਹ ਆਪਣਾ ਬੰਦਾ ਹੈ, ਇਹਨੂੰ ਉੱਪਰ ਰੱਖਣਾ ਹੀ ਰੱਖਣਾ ਹੈ, ਤੇ ਉਹ ਕੈਰੈਕਟਰ 'ਚ ਫਿੱਟ ਵੀ ਨਹੀਂ, ਉੱਥੇ ਕੰਮ ਗੜਬੜ ਹੁੰਦਾ ਹੈ। ਹੁਣ ਜਦੋਂ ਤੁਸੀਂ ਇਹ ਫਿਲਮ ਦੇਖ ਰਹੇ ਹੋ ਬੈਚ 2013, ਇਹਦੇ ਵਿੱਚ ਚਲੋ ਮੈਂ ਇੱਕ ਪੁਰਾਣਾ ਚਿਹਰਾ ਹੋ ਗਈ ਜਿਹੜੀ ਤੁਣਕਾ ਵਿੱਚ ਵੀ ਪਹਿਲਾਂ ਦਿਖੇ, ਠੀਕ ਹੈ, ਉਹ ਚਲੋ ਸਰ ਤਾਂ ਲੀਡ ਦੇ ਵਿੱਚ ਹੈਗੇ ਹੀ ਨੇ। ਬਾਕੀ ਸਾਡੀ ਟੈਕਨੀਕਲ ਟੀਮ ਜ਼ਰੂਰ ਸੇਮ ਹੈਗੀ ਹੈ, ਬਟ ਜਦੋਂ ਤੁਸੀਂ ਦੇਖੋਗੇ ਫਿਲਮ ਐਜ਼ ਅ ਪ੍ਰੋਡਕਟ ਬਾਹਰ ਆਊਗੀ, ਉਹ 'ਚ ਘੱਟੋ ਘੱਟ 35 to 40 ਨਿਊ ਫੇਸਿਸ ਨੇ। ਤਾਂ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਸਾਰੇ ਨਵੇਂ ਆ ਗਏ ਨੇ ਤਾਂ ਅੱਜ ਤੋਂ ਬਾਅਦ ਫਿਰ ਉਹ ਸਾਡੇ ਨਾਲ ਹੀ ਕੰਮ ਕਰਨਗੇ। ਬਟ ਇਹ ਇੱਕ ਐਜ਼ ਅ ਥਾਟ ਜ਼ਰੂਰ ਇਹ ਚੀਜ਼ ਕਦੇ ਇਰੀਟੇਟ ਕਰਦੀ ਹੈ ਕਿ ਜੋ ਪ੍ਰੈਕਟਿਸ ਇਹ ਚੱਲ ਰਹੀ ਹੈ ਕਿ ਆਪਣੇ ਬੰਦੇ ਨੂੰ ਹੀ ਲੈਣਾ, ਕਿਸੇ ਹੋਰ ਨੂੰ ਨਹੀਂ ਲੈਣਾ, ਉਹ ਨਹੀਂ ਹੋਣਾ ਚਾਹੀਦਾ। ਤੁਹਾਡਾ ਆਰਟਿਸਟ ਕਿਸੇ ਚੀਜ਼ ਫਿੱਟ ਬੈਠਦਾ ਤਾਂ ਉਸ ਅਕੋਰਡਿੰਗ ਕਾਸਟਿੰਗ ਹੋਣੀ ਚਾਹੀਦੀ ਹੈ। ਟਰੂ। ਗਰੁੱਪਿਜ਼ਮ ਦੇ ਬਾਰੇ, ਇੰਡਸਟਰੀ ਦੇ ਬਾਰੇ ਹਰਦੀਪ ਜੀ, ਹਸ਼ਨੀਨ ਕੀ ਕਹਿਣਾ ਚਾਹੋਗੇ? ਫਿਲਮਸ ਕਲੈਸ਼ ਕਰ ਰਹੀਆਂ ਨੇ, ਤੁਹਾਡੀ ਫਿਲਮ ਵੀ ਕਲੈਸ਼ ਕਰ ਰਹੀ ਹੈ, ਤੁਹਾਡੇ ਕੋਲ ਪੁੱਛਣਾ ਚਾਹੂੰਗੀ ਵਾਟ ਇਜ਼ ਯੋਰ ਪੁਆਇੰਟ ਆਫ ਵਿਊ? ਦੇਖੋ, ਜਿੱਥੇ ਤੱਕ ਵੈਸੇ ਫਿਲਮਾਂ ਦੇ ਕਲੈਸ਼ ਕਰਨ ਦੀ ਮੈਂ ਗੱਲ ਕਰਦਾ, ਓਵਰਆਲ ਮੈਨੂੰ ਇੱਦਾਂ ਲੱਗਦਾ ਕਿ ਕੋਵਿਡ ਤੋਂ ਪਹਿਲਾਂ ਕੰਟੈਂਟ ਬਹੁਤ ਬਣ ਗਿਆ, ਹੈ ਨਾ। ਹੁਣ ਪ੍ਰੋਡਿਊਸਰਸ ਨੂੰ ਹੁੰਦਾ ਕਿ ਉਹ ਰਿਲੀਜ਼ ਕਰੀਏ, ਸੋ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈਂਦਾ ਵੀ ਜੇ ਆਹ ਡੇਟ ਹੈਗੀ, ਹੁਣ ਕਿਸੇ ਨੇ ਪਹਿਲਾਂ ਅਨਾਊਂਸ ਕਰਤੀ, ਕਿਸੇ ਨੇ 4 ਦਿਨ ਬਾਅਦ 'ਚ। ਸਾਡੇ ਕੇਸ ਦੇ ਵਿੱਚ ਤੁਸੀਂ ਇਹ ਦੇਖੋ ਵੀ ਫਰਕ ਅਨਾਊਂਸਮੈਂਟ ਦਾ ਫਰਕ 2 ਜਾਂ 3 ਘੰਟਿਆਂ ਦਾ ਪਿਆ। 5 ਅਗਸਤ ਨੂੰ ਸਾਡੀ ਤੁਣਕਾ ਲਾਸਟ ਈਅਰ ਰਿਲੀਜ਼ ਹੋਈ ਸੀ। ਇਸ ਕਰਕੇ ਸਾਡਾ ਇਹ ਡਿਸਾਈਡਡ ਸੀ ਵੀ 5 ਅਗਸਤ ਇਸ ਸਾਲ ਵੀ ਅਸੀਂ ਅਨਾਊਂਸਮੈਂਟ ਕਰਾਂਗੇ। ਉਹ ਅਸੀਂ 5 ਅਗਸਤ ਲਈ ਯਾਨੀ ਸਾਰਾ ਰੈਡੀ ਸੀਗੇ। ਸਾਡੇ ਤੋਂ ਆਲਮੋਸਟ 3 ਘੰਟੇ ਪਹਿਲਾਂ ਜਿਹੜੀ ਆਪਣੀ ਦੂਸਰੀ ਪੰਜਾਬੀ ਫਿਲਮ ਆ ਰਹੀ ਹੈ, ਅਖਿਲ ਦੀ ਫਿਲਮ ਆ ਰਹੀ ਹੈ, ਜੀ ਉਹਨਾਂ ਨੇ 3 ਘੰਟਾ ਪਹਿਲਾਂ ਉਹਨਾਂ ਨੇ ਪੋਸਟਰ ਪਾਇਆ। ਹੁਣ ਸਾਨੂੰ ਉਹਨਾਂ ਦਾ ਨਹੀਂ ਸੀ ਪਤਾ, ਸੀਰੀਅਸਲੀ ਉਹਨਾਂ ਨੂੰ ਸ਼ਾਇਦ ਸਾਡਾ ਨਹੀਂ ਪਤਾ ਹੋਣਾ, ਕਿਉਂਕਿ 9th of September ਜਿਹੜੀ ਡੇਟ ਸੀ ਨਾ ਉਹ ਖਾਲੀ ਹੋ ਗਈ ਸੀ। ਫਿਰ ਉਹ ਸਾਡੇ 'ਚ ਜਿਹੜਾ ਫਰਕ ਰਿਹਾ ਉਹ 3 ਘੰਟੇ ਦਾ ਰਿਹਾ, ਜੋ ਕਿ ਇਹ ਪ੍ਰੂਵ ਕਰਦਾ। ਹੁਣ 3 ਘੰਟੇ ਦੇ ਵਿੱਚ ਤਾਂ ਪੋਸਟਰ ਬਣਾ ਕੇ ਪਾਉਣੋਂ ਰਹੇ ਆਪਾਂ। ਸੈਕਿੰਡ ਗੱਲ ਕੀ ਹੈ, ਜਦੋਂ ਮੈਂ 9th ਵੀ ਸੋਚੀ ਸੀ ਨਾ, ਉਸ ਤੋਂ 5 ਅਗਸਤ ਤੋਂ ਵੀ 3-4 ਦਿਨ ਪਹਿਲਾਂ ਮੇਰੀ ਜਗਦੀਪ ਸਿੱਧੂ ਬਾਈ ਨਾਲ ਗੱਲ ਹੋਈ ਸੀ। ਉਹਨਾਂ ਦੀ ਮੋਹ ਫਿਲਮ ਅਨਾਊਂਸਡ ਸੀ, ਪਰ ਉਹ ਡੇਟ ਨਹੀਂ ਸੀ ਉਹਨਾਂ ਨੇ ਅਨਾਊਂਸ ਕੀਤੀ। ਉਹਨਾਂ ਨੇ ਸੈਪਟੈਂਬਰ ਲਿਖਿਆ ਹੋਇਆ ਸੀ। ਮੈਂ ਸਿੱਧਾ ਫੋਨ ਕੀਤਾ ਤੇ ਮੈਂ ਕਿਹਾ ਬਾਈ ਤੁਹਾਡੀ ਡੇਟ ਤੁਸੀਂ ਕੀ ਸੋਚ ਰਹੇ ਹੋ ਤਰੀਕ ਬਾਰੇ? ਕਹਿੰਦੇ ਵੀ ਅਸੀਂ 16 ਸੋਚ ਰਹੇ ਹਾਂ। ਮੈਂ ਕਿਹਾ ਵੀ 9? ਕਹਿੰਦੇ 9। ਮੈਂ ਕਿਹਾ ਠੀਕ ਹੈ, ਫਿਰ ਅਸੀਂ ਆ ਜਾਈਏ? ਉਹ ਕਹਿੰਦੇ ਜੀ ਆਇਆਂ ਨੂੰ, ਹੈ ਨਾ। ਇੰਨੀ ਕੁ ਗੱਲ ਆ।
ਪ੍ਰੋਡਕਟ ਬਣੇ ਸੱਚੀ ਬਹੁਤ ਪਏ ਆ। ਜੇ ਆਪਾਂ ਇਹ ਕਹੀਏ ਨਾ ਵੀ ਹਰ ਫਰਾਈਡੇ ਸਿਰਫ ਇੱਕ ਪੰਜਾਬੀ ਫਿਲਮ ਆਊ, ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ। ਜੀ ਤੇ ਇਹਨੂੰ ਵੀ ਜੇ ਆਪਾਂ ਨੈਗੇਟਿਵਲੀ ਲਵਾਂਗੇ ਤਾਂ ਜਿੰਨਾ ਮਰਜ਼ੀ ਲੈ ਲਈਏ, ਆਪਾਂ ਪੋਜ਼ਿਟਿਵਲੀ ਲਵਾਂਗੇ, ਮੈਂ ਤਾਂ ਕਹਿੰਦਾ ਵੀ ਜਿਵੇਂ ਹੁਣ ਸਾਡੀਆਂ ਵੀ ਦੋਨੇ ਫਿਲਮਾਂ ਆ ਰਹੀਆਂ ਨੇ ਉਹ ਵੀ ਲੋਕ ਦੇਖਣ। ਹਾਲਾਂਕਿ ਜੌਨਰ ਬੜੇ ਅਲੱਗ ਨੇ, ਉਹ ਜੌਨਰ ਹੋਰ ਆ, ਸਾਡਾ ਜੌਨਰ ਹੋਰ ਆ, ਹਨਾ। ਬਟ ਮੈਂ ਤਾਂ ਕਹਿੰਦਾ ਵੀ ਦੋਨੇ ਫਿਲਮਾਂ ਦੇਖੋ। ਅਰਦਾਸ ਤੇ ਲਵ ਪੰਜਾਬ ਐਗਜ਼ਾਮਪਲ ਆ, ਇੱਕ ਹੋਰ ਵੀ 2 ਫਿਲਮਾਂ ਨੇ ਐਗਜ਼ਾਮਪਲ ਜਿਹੜੀ ਸੇਮ ਡੇਟ ਤੇ ਰਿਲੀਜ਼ ਹੋ ਕੇ ਬਹੁਤ ਵਧੀਆ ਬਿਜ਼ਨਸ ਕੀਤਾ ਉਹਨਾਂ ਨੇ। ਬਾਲੀਵੁੱਡ 'ਚ ਵੀ ਹੁੰਦਾ ਇਦਾਂ। ਸੋ ਇਹਨੂੰ ਵੀ ਜੇ ਆਪਾਂ ਇਹ ਗਰੱਜ ਲੈ ਕੇ ਚੱਲਾਂਗੇ ਜਾਣ ਬੁੱਝ ਕੇ, ਚਲੋ ਹੁੰਦੀਆਂ ਨੇ ਬੈਕ ਐਂਡ ਤੇ ਬੜੀਆਂ ਗੱਲਾਂ, ਬਟ ਮੈਨੂੰ ਲੱਗਦਾ ਵੀ ਹੋਰ ਆਪਸ਼ਨ ਨਹੀਂ ਹੈਗਾ ਆਪਣੇ ਕੋਲ। ਓਕੇ, ਸੋ ਤੁਸੀਂ ਇਹ ਸਮਝਦੇ ਹੋ ਕਿ ਹੁਣ ਇਦਾਂ ਹੀ ਚੱਲਣਾ ਹੈ ਕੰਮ? ਉਹ ਹਾਂਜੀ, ਹੁਣ ਇਹ ਆਪਾਂ ਭੱਜ ਨਹੀਂ ਸਕਦੇ ਕਿਤੇ, ਆਉਣਾ ਤਾਂ ਪੈਣਾ ਹੀ ਆ ਆਪਾਂ ਨੂੰ, ਇਦਾਂ ਹੀ ਆਉਣਾ ਪੈਣਾ। ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਜਗ੍ਹਾ ਐਟਲੀਸਟ ਉਸ ਟਾਈਮ ਤੱਕ ਤਾਂ ਜਦੋਂ ਤੱਕ ਵੀ ਆਪਣੇ ਕੋਲੇ ਕੁਆਂਟੀਟੀ ਬਹੁਤ ਐਕਸੈਸ ਦੇ ਵਿੱਚ ਹੈ, ਕੁਆਂਟੀਟੀ ਬਹੁਤ ਬਣੀ ਪਈ ਆ, ਜਾਂ ਤਾਂ ਕੁਆਂਟੀਟੀ ਕੁਆਲਿਟੀ ਵੱਲ ਜ਼ਿਆਦਾ ਫੋਕਸ ਹੋਵੇ। ਕੁਝ ਕੁ ਫਿਲਮਾਂ ਮਤਲਬ ਬਣਨ, ਬਟ ਕੁਆਲਿਟੀ ਵਾਈਜ਼ ਬਣਨ ਤਾਂ ਹੋ ਸਕਦਾ ਹੈਗਾ ਕਿ ਆਪਾਂ ਨੂੰ ਹਫਤਾ ਇਹ ਪੋਸੀਬਲ ਨਹੀਂ ਹੈਗਾ ਵੀ ਕੁਆਂਟੀਟੀ ਨਾ ਬਣੇ, ਕੁਆਲਿਟੀ ਹੀ ਬਣੇ। ਹੁਣ ਸਿੱਧੀਆਂ OTT ਤੇ ਵੀ ਫਿਲਮਸ ਕੁਝ ਰਿਲੀਜ਼ ਹੋ ਰਹੀਆਂ ਨੇ ਡਾਇਰੈਕਟ, ਹਨਾ। ਬਾਲੀਵੁੱਡ ਵੀ ਹੋ ਰਹੀਆਂ ਨੇ, ਪੰਜਾਬੀ ਵੀ ਹੁਣ ਅਨਾਉਂਸ ਹੋਈ ਆ, ਮੈਨੂੰ ਲੱਗਦਾ ਆ ਗਈ ਸ਼ਾਇਦ। ਚਾਹੇ ਤੁਸੀਂ ਉਹ ਪਲੇਟਫਾਰਮ ਚੂਜ਼ ਕਰੋ, ਚਾਹੇ ਤੁਸੀਂ ਥੀਏਟਰ ਜਾਣਾ, ਬਟ ਮੈਨੂੰ ਨਹੀਂ ਲੱਗਦਾ ਕਿ ਉਹ ਸਿਚੁਏਸ਼ਨ ਹੁਣ ਹੈਗੀ ਹੈ ਵੀ ਤੁਹਾਡੇ ਕੋਲ 3 ਹਫ਼ਤੇ ਵਿਹਲੇ ਪਏ ਨੇ ਜਾਂ 2 ਹਫ਼ਤੇ ਵਿਹਲੇ ਨੇ। ਕੋਈ ਹੁਣ ਆਪਣੇ ਤੋਂ ਪਹਿਲਾਂ ਵੀ ਪੰਜਾਬੀ ਫਿਲਮਾਂ, ਆਪਣੇ ਤੋਂ ਬਾਅਦ ਵੀ 2 ਨੇ। ਸੋ ਜੇ ਆਪਾਂ ਉਦਾਂ ਸੋਚਣਾ ਹੋਵੇ ਫਿਰ ਉਹ ਵੀ ਤਾਂ ਇੱਕ ਕੰਪੀਟੀਸ਼ਨ ਆ ਨਾ। ਸਿਰਫ ਸੇਮ ਡੇਟ ਹਫਤਾ ਹੀ ਮਿਲ ਰਿਹਾ ਹੈ, ਸਿਰਫ ਸੇਮ ਡੇਟ ਦਾ ਤਾਂ ਆਪਾਂ ਕੰਪੀਟੀਸ਼ਨ ਮੰਨ ਨਹੀਂ ਸਕਦੇ। ਜੀ। ਸੋ ਜਿੰਨਾ ਕੰਪੀਟੀਟਿਵ ਇਹ ਵਰਲਡ ਆ ਨਾ ਪੂਰਾ, ਬਾਕੀ ਇੰਡਸਟਰੀਜ਼ ਨੇ, ਫਿਰ ਇਸ ਇੰਡਸਟਰੀ ਨੂੰ ਵੀ ਆਪਾਂ ਨੂੰ ਕੰਪੀਟੀਟਿਵ ਮੰਨਣਾ ਚਾਹੀਦਾ। ਇਹਨੂੰ ਆਪਾਂ ਪਰ ਕੰਪੀਟੀਸ਼ਨ ਦੀ ਜਗ੍ਹਾ ਇਹਨੂੰ ਆਪਾਂ ਕਨਸਪੀਰੇਸੀ ਜ਼ਿਆਦਾ ਮੰਨ ਲੈਂਦੇ ਆ, ਮੈਨੂੰ ਇਹ ਲੱਗਦਾ। ਓਕੇ, ਕੰਪੀਟੀਸ਼ਨ ਜ਼ਿਆਦਾ ਮੰਨਣਾ ਚਾਹੀਦਾ, ਹੈਲਦੀ ਕੰਪੀਟੀਸ਼ਨ ਵੀ। ਲੈਟਸ ਆਪਾਂ ਆਈਏ ਮੈਦਾਨ ਦੇ ਵਿੱਚ ਤੇ ਲੋਕਾਂ ਨੂੰ ਜਿਹੜੀ ਚੀਜ਼ ਪਸੰਦ ਹੋਊ ਉਹ ਦੇਖ ਲੈਣੀ ਹੈ ਲੋਕਾਂ ਨੇ। ਜੇ ਲੋਕਾਂ ਦੀ ਗੱਲ ਕੀਤੀ ਹੈ, ਤੁਸੀਂ ਆਪਣੀ ਗੱਲ 'ਚ ਹੁਣੇ OTT ਦਾ ਵੀ ਜ਼ਿਕਰ ਕੀਤਾ ਹੈ। ਸੋ ਹਸ਼ਨੀਨ, ਐਜ਼ ਐਨ ਆਡੀਅੰਸ, ਇਫ ਯੂ ਹੈਵ ਟੂ ਵਾਚ ਅ ਫਿਲਮ, would you prefer OTT ਔਰ ਸਿਨੇਮਾ? ਕੀ ਪ੍ਰੈਫਰ ਕਰੋਗੇ? ਦੇਖੋ, ਟੂ ਬੀ ਵੈਰੀ ਓਨੈਸਟ, ਹੈ ਨਾ, ਜਦੋਂ ਤੱਕ ਕਿਸੇ ਫਿਲਮ ਦਾ ਟ੍ਰੇਲਰ ਤੁਹਾਨੂੰ ਇੰਨਾ ਕੁ ਗ੍ਰਿਪਿੰਗ ਨਹੀਂ ਲੱਗਦਾ ਹੈਗਾ ਕਿ ਮੈਨੂੰ ਟ੍ਰੇਲਰ ਦੇਖ ਕੇ ਹੋਏ ਯਾਰ ਆਹ ਫਿਲਮ ਮੈਂ ਸਿਨੇਮਾ 'ਚ ਜਾ ਕੇ ਦੇਖ ਕੇ ਆਉਣੀ ਹੈ, ਉਦੋਂ ਤੱਕ ਮੈਂ ਨਹੀਂ ਜਾਊਂਗੀ ਸਿਨੇਮਾ ਦੇ ਵਿੱਚ। ਠੀਕ ਹੈ, ਹੁਣ ਕੋਈ ਉੱਤੇ ਉਹ ਐਵੇਂ ਨਹੀਂ ਹੁੰਦਾ ਹੈਗਾ ਕਿ ਤੁਹਾਨੂੰ ਹਰ ਟ੍ਰੇਲਰ ਖਿੱਚ ਕੇ ਸਿਨੇਮਾ 'ਚ ਲੈ ਜਾਂਦਾ ਹੈ। ਤੁਸੀਂ ਜੇ ਤੁਹਾਨੂੰ ਕੋਈ ਚੀਜ਼ ਠੀਕ ਠਾਕ ਵੀ ਲੱਗਦੀ ਹੈ ਨਾ, ਕੋਈ ਟ੍ਰੇਲਰ ਤੁਹਾਨੂੰ ਖਾਸ ਪਸੰਦ ਨਹੀਂ ਆਇਆ ਪਰ ਥੋੜ੍ਹਾ ਜਿਹਾ ਪਸੰਦ ਆ ਗਿਆ ਵੀ ਯਾਰ ਠੀਕ ਹੈ, ਵਨ ਟਾਈਮ ਵਾਚ ਤਾਂ ਲੱਗ ਰਿਹਾ ਵੀ ਸ਼ਾਇਦ ਐਂਟਰਟੇਨਿੰਗ ਹੋਊ, ਤੁਸੀਂ ਫਿਰ ਵੇਟ ਕਰਦੇ ਹੋ ਕਿ ਚਲ ਚਲੋ ਮੈਂ ਕੋਸ਼ਿਸ਼ ਵੀ ਕਰ ਲੂੰਗੀ, ਠੀਕ ਹੈ, ਕਿ ਵੀ ਚਲ ਮੈਂ ਫ੍ਰੀ ਹੋਈ ਤਾਂ ਦੇਖ ਆਊਂਗੀ, ਨਹੀਂ ਤਾਂ OTT ਤੇ ਆ ਹੀ ਜਾਊਗੀ। ਮੈਂ ਇੱਕ ਕੌਨਸ਼ੀਅਸ ਐਫਰਟ ਨਹੀਂ ਕਰੂੰਗੀ ਕਿ ਮੈਂ ਇਸ ਫਿਲਮ ਲਈ ਟਾਈਮ ਕੱਢ ਕੇ ਜਾਣਾ ਹੈ। ਉਹ ਉਦੋਂ ਹੀ ਹੋ ਪਾਉਂਦਾ ਜਦੋਂ ਕੋਈ ਚੀਜ਼ ਬਹੁਤ ਤੁਹਾਨੂੰ ਸੱਚੀ ਖਿੱਚ ਕੇ ਲੈ ਕੇ ਆ ਰਹੀ ਹੈ। ਅਸੀਂ ਹੁਣ ਇੰਟਰਵਿਊ 'ਚ ਆਉਂਦੇ ਹੋਏ, ਇੱਥੇ ਆਉਂਦੇ ਹੋਏ ਵੀ ਗੱਲ ਇਹੀ ਕਰ ਰਹੇ ਸੀ, ਅਸੀਂ ਆਪਸ 'ਚ ਇਹ ਗੱਲ ਕਰ ਰਹੇ ਸੀ ਵੀ ਹੁਣ ਨਾ ਕੱਟ ਆਫ ਬਹੁਤ ਉੱਪਰ ਚਲੇ ਗਈ, ਹਾਈ ਚਲੇ ਗਈ, ਹਨਾ। ਹੁਣ 90% ਨਾਲ ਹੱਲ ਹੀ ਹੈ ਨਹੀਂਗਾ ਤੁਹਾਡਾ। 95% ਅਬਵ ਹੋਣੇ ਚਾਹੀਦੇ ਤੁਸੀਂ ਟੂ ਪਰਫਾਰਮ ਵੈਲ ਔਨ ਬਾਕਸ ਆਫਿਸ। 95 ਤੋਂ ਥੱਲੇ ਐਜ਼ ਅ ਪਰਫਾਰਮਰ, ਹਨਾ, ਆਪਾਂ ਸਟੂਡੈਂਟ ਰਹੇ ਹਾਂ ਆਪਣੀ ਲਾਈਫ ਦੇ ਵਿੱਚ, ਕੰਪੀਟੀਟਿਵ ਐਗਜ਼ਾਮਸ ਆਪਾਂ ਦਿੱਤੇ ਆ, ਤਾਂ ਉੱਥੇ 95% ਤੋਂ ਹੁਣ ਥੱਲੇ ਹੱਲ ਨਹੀਂ ਹੈ। ਤੁਸੀਂ ਇਹਨੂੰ ਇਦਾਂ ਮੰਨ ਲਓ ਬਸ। ਬਿਲਕੁਲ। ਹਰਦੀਪ ਜੀ, ਜਦੋਂ ਤੁਨਕਾ ਆਈ ਸੀ ਉਸ ਟਾਈਮ ਤੇ, ਐਂਡ ਯੂ ਆਰ ਅ ਰਿਸਕ ਟੇਕਰ, ਉਸ ਟਾਈਮ ਤੇ ਵੀ ਤੁਸੀਂ ਜੋ ਟਰਾਂਸਫੋਰਮੇਸ਼ਨ ਕੀਤੀ ਸੀ, ਐਂਡ ਸਪੋਰਟਸ ਡਰਾਮਾ ਇੱਦਾਂ ਦੇ ਚੀਜ਼ਾਂ ਜ਼ਿਆਦਾ ਵਰਕ ਨਹੀਂ ਕਰਦੀਆਂ, ਬਟ ਤੁਨਕਾ ਚੇਂਜ ਸਮਥਿੰਗ ਕਿ ਨਹੀਂ, ਇਹੋ ਜਿਹੀ ਜੇ ਚੰਗੀ ਕੋਈ ਵੀ ਚੀਜ਼ ਹੋਏਗੀ ਇਟ ਵਰਕਸ। ਉਸ ਟਾਈਮ ਆਡੀਅנס ਰੈਡੀ ਹੋਏ ਉਸ ਤਰ੍ਹਾਂ ਦਾ ਸਿਨੇਮਾ ਦੇਖਣ ਲਈ, ਉਦੋਂ ਫਿਲਮ ਦਿੱਤੀ ਜਾਏ ਤੇ ਉਹਦਾ ਬੈਟਰ ਇੰਪੈਕਟ ਪੈਂਦਾ, ਲੋਕੀ ਜ਼ਿਆਦਾ ਰੈਡੀ ਹੁੰਦੇ ਨੇ ਇਹੋ ਜਿਹੀਆਂ ਫਿਲਮਾਂ ਦੇਖਣ ਲਈ। ਤੁਸੀਂ ਇਸ ਚੀਜ਼ ਨਾਲ ਕਿੰਨਾ ਕੁ ਅਗਰੀ ਕਰਦੇ ਹੋ? ਦੇਖੋ, ਕੋਈ ਫਾਰਮੂਲਾ ਨਹੀਂ ਹੈਗਾ ਕਿਸੇ ਵੀ ਕਿਤਾਬ ਦੇ ਵਿੱਚ ਜਿਹੜਾ ਇਹ ਜੱਜ ਕਰੇ ਵੀ ਆਡੀਅנס ਕਿਹੜੇ ਵੇਲੇ ਕਿਹੜੀ ਫਿਲਮ ਦੇਖਣ ਲਈ ਤਿਆਰ ਆ। ਰਾਈਟ, ਪਹਿਲੀ ਗੱਲ। ਸੈਕੰਡ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਤੁਹਾਡੀ ਕਲੀਅਰ ਕਰਦਾ ਵੀ ਗੱਲ ਕੀ ਸੀ ਜਿਹੜੀ ਮੈਂ ਕੀਤੀ ਵੀ ਸੀ। ਉਹ ਇਹ ਸੀ ਕਿ ਜਦੋਂ ਅਸੀਂ ਅਨਾਉਂਸ ਕੀਤੀ, ਸਾਡੀ ਫਿਲਮ ਬਣੀ ਪਈ ਸੀ, ਕੋਈ ਹੋਰ ਤਿਆਰ ਨਹੀਂ ਸੀ ਰਿਲੀਜ਼ ਕਰਨ ਨੂੰ, ਸਾਡੀ ਤਿਆਰ ਸੀਗੀ, ਅਸੀਂ ਉਹਨਾਂ ਰਿਸਕ ਲੈਣ ਲਈ ਵੀ ਤਿਆਰ ਸੀ ਵੀ ਸਾਡਾ ਮੋਟਿਵ ਉਹਦੇ ਤੋਂ ਅਸਲ 'ਚ ਪੈਸਾ ਕਮਾਉਣਾ ਹੈ ਨਹੀਂ ਸੀ। ਪੁਆਇੰਟ ਸਿੱਧਾ ਸਾਡਾ ਮੋਟਿਵ ਕੀ ਸੀ ਵੀ ਅਸੀਂ ਥੀਏਟਰ 'ਚ ਰਿਲੀਜ਼ ਕਰ ਦਈਏ, 4 ਲੋਕ ਦੇਖ ਲੈਣ, ਸਾਡੀ ਇੰਨੇ ਸਾਲਾਂ ਦੀ ਮਿਹਨਤ ਆ, ਘੱਟੋ ਘੱਟ ਪਹੁੰਚ ਤਾਂ ਜਾਊਗੀ, ਦੈਟਸ ਇਟ। ਜਦੋਂ ਅਸੀਂ ਅਨਾਉਂਸ ਕੀਤੀ ਤਾਂ ਸਾਨੂੰ ਇਹ ਸੁਜੈਸਟ ਕੀਤਾ ਗਿਆ ਵੀ ਤੁਸੀਂ ਰਿਸਕ ਲੈ ਰਹੇ ਹੋ, ਵੀ ਹਜੇ ਤਾਂ ਥੀਏਟਰ ਖੁੱਲ੍ਹੇ ਨਹੀਂ, ਆਡੀਅנס ਹਜੇ ਥੀਏਟਰਸ 'ਚ ਆਉਣਾ ਸ਼ੁਰੂ ਨਹੀਂ ਹੋਈ, ਤੁਸੀਂ ਕਿਉਂ ਪੰਗਾ ਲੈ ਰਹੇ ਹੋ, ਵੀ ਇਹ ਗਲਤ ਕਰ ਰਹੇ ਹੋ, ਤੁਹਾਡਾ ਡਿਸੀਜਨ ਸਹੀ ਨਹੀਂ ਹੈਗਾ।
ਆਫਟਰ ਦਾ ਰਿਲੀਜ਼ ਸਟੇਟਮੈਂਟਸ ਇਹ ਆਈਆਂ ਵੀ ਤੁਸੀਂ ਵਧੀਆ ਰਹਿ ਗਏ, ਤੁਸੀਂ ਰਿਲੀਜ਼ ਕਰ ਲਏ, ਇਹ ਤਾਂ ਫਾਇਦਾ ਬਹੁਤ ਹੋ ਗਿਆ, ਜਾਂ ਤੁਸੀਂ ਵਧੀਆ ਦਾ ਖੇਡ ਗਏ, ਹੈਨਾ, ਤੁਹਾਡਾ ਦਾ ਲੱਗ ਗਿਆ, ਕੋਈ ਫਿਲਮ ਹੋਰ ਹੈ ਨਹੀਂ ਸੀ ਆਸ-ਪਾਸ, ਹਾਲਾਂਕਿ ਸੈਕੰਡ ਵੀਕ ਦੇ ਵਿੱਚ ਹੀ ਪਵਾੜਾ ਸੀ ਸਾਡੇ ਤੋਂ ਬਾਅਦ ਹੀ ਜਸਟ, ਤੇ ਉਹ ਚੀਜ਼ ਹੁੰਦੀ ਆ। ਅਸਲ 'ਚ ਕੀ ਆ, ਤੁਹਾਡਾ ਰਿਜ਼ਲਟ ਨਾ ਤੁਹਾਡੇ ਡਿਸੀਜਨ ਨੂੰ ਸਹੀ ਜਾਂ ਗਲਤ ਪ੍ਰੂਵ ਕਰਦਾ ਬਾਅਦ 'ਚ, ਉਹ ਗੱਲ ਬਾਅਦ ਦੀ ਹੁੰਦੀ ਆ ਸਾਰੀ। ਤੁਸੀਂ ਚੰਗੇ ਰਹਿ ਗਏ, ਫਿਰ ਉਹਦੇ 'ਚ ਐਂ ਵੀ ਯਾਰ ਅਸਲ 'ਚ ਨਾ ਫਲਾਣੀ ਚੀਜ਼ ਹੋ ਗਈ ਸੀ ਨਾ, ਉਹਦੇ ਕਰਕੇ ਇਦਾਂ ਹੋ ਗਿਆ। ਐਕਸਟਰਨਲ ਫੈਕਟਰਸ ਉਹਦੇ ਨਾਲ ਜੁੜ ਜਾਂਦੇ ਆ ਵੈਨ ਯੂ ਪ੍ਰੋਜੈਕਟ ਫੇਲ ਜਦੋਂ ਹਾਂ ਫੇਲ ਦੇ ਮਾਮਲੇ 'ਚ ਵੀ ਐਕਸਟਰਨਲ ਫੈਕਟਰਸ ਹੁੰਦੇ ਆ, ਜਦੋਂ ਤੁਸੀਂ ਉਹਨੂੰ ਐਕਸਕਿਊਜ਼ ਬਣਾ ਕੇ ਪੇਸ਼ ਕਰਦੇ ਹੋ। ਰਾਈਟ। ਮੈਂ ਤਾਂ ਇਹ ਮੰਨਦਾ ਵਾਂ ਵੀ ਦੇਖੋ, ਜੇ ਤੁਸੀਂ ਫੇਲ ਹੋ ਤਾਂ ਤੁਸੀਂ ਫੇਲ ਹੋ, ਤਾਂ ਉਹ ਗਲਤੀ ਤੁਹਾਡੀ ਹੀ ਹੋ ਸਕਦੀ ਹੈ, ਤੁਹਾਡੇ ਪ੍ਰੋਜੈਕਟ ਦੇ ਵਿੱਚ ਹੀ ਕਮੀ ਹੋਊਗੀ। ਅਦਰਵਾਈਜ਼ ਚਾਹੇ ਤੁਣਕਾ ਸੀ, ਉਸ ਤੋਂ ਇਲਾਵਾ ਵੀ ਨਿਊਮਰਸ ਆਫ ਇੱਦਾਂ ਦੀਆਂ ਸਿਚੁਏਸ਼ਨਸ ਜਾਂ ਪੁਆਇੰਟਸ ਨੇ ਹਿਸਟਰੀ ਆਫ ਸਿਨੇਮਾ ਦੇ ਵਿੱਚ, ਜਦੋਂ ਕਈ ਫਿਲਮਾਂ ਇਹੋ ਜਿਹੇ ਟਾਈਮ 'ਤੇ ਰਿਲੀਜ਼ ਹੋ ਕੇ ਸੁਪਰ ਡੂਪਰ ਹਿੱਟ ਹੋਈਆਂ ਨੇ। ਬਹੁਤ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ। ਸ਼ੋਲੇ ਪਹਿਲਾਂ ਹਿੱਟ ਨਹੀਂ ਸੀ ਹੋਈ, ਡੌਨ ਫਿਲਮ ਪਹਿਲਾਂ ਹਿੱਟ ਨਹੀਂ ਸੀ ਹੋਈ, ਵਰਕ ਹੌਲੀ ਕੀਤਾ ਉਹਨਾਂ ਨੇ, ਚੰਗੀਆਂ ਬਣੀਆਂ ਹੋਈਆਂ ਸੀ। ਉਹ ਇੱਦਾਂ ਹੁੰਦਾ ਵਾ। ਹੁਣ ਮੈਂ ਉਹੀ ਕਹਿੰਦਾ ਵੀ ਆਪਾਂ ਭੱਜ ਨਹੀਂ ਸਕਦੇ ਕਿਤੇ, ਜਿਹੜੀ ਦੁਨੀਆ 'ਚ ਆਪਾਂ ਰਹਿੰਦੇ ਆ ਨਾ, ਆਪਣੇ ਕੋਲ ਕੋਈ ਸੇਫ ਪਲੇਸ, ਸੇਫ ਡੇਟ, ਇੱਦਾਂ ਦੀ ਕੋਈ ਜਗ੍ਹਾ ਨਹੀਂ ਹੈ, ਹੈ ਨਾ। ਉਹਦੇ ਲਈ ਆਪਾਂ ਨੂੰ ਲੜਨਾ ਹੀ ਪੈਣਾ, ਉਹ ਹੋਰ ਕੋਈ ਤਰੀਕਾ ਨਹੀਂ ਹੈਗਾ। ਉਸੇ ਕਰਕੇ ਅਸੀਂ ਹੁਣ ਆ ਰਹੇ ਹਾਂ ਵੀ ਸਾਡਾ ਪ੍ਰੋਜੈਕਟ ਰੈਡੀ ਆ, ਸਾਨੂੰ ਆਪਣੇ ਪ੍ਰੋਜੈਕਟ 'ਤੇ ਵਿਸ਼ਵਾਸ ਆ, ਲੋਕਾਂ 'ਤੇ ਵਿਸ਼ਵਾਸ ਆ, ਦੈਟਸ ਵਾਈ ਅਸੀਂ ਆ ਰਹੇ ਹਾਂ। ਜੇ ਸਾਡੀ ਫਿਲਮ ਵਧੀਆ ਬਣੀ ਹੋਊਗੀ ਤਾਂ ਉਹ ਵਧੀਆ ਪਰਫਾਰਮ ਕਰੂਗੀ, ਜੇ ਸਾਡੇ 'ਚ ਕਮੀ ਹੋਊਗੀ ਤਾਂ ਉਹ ਪਰਫਾਰਮ ਨਹੀਂ ਕਰੂਗੀ। ਸੋ ਹੁਣ ਇੱਕ ਰੈਪਿਡ ਫਾਇਰ ਅਸੀਂ ਖੇਡਣਾ ਹੈ ਐਂਡ ਯੂ ਹੈਵ ਟੂ ਬੀ ਓਨੈਸਟ, ਠੀਕ ਹੈ। ਹਰਦੀਪ ਜੀ ਅਜੀਬ ਜੀ ਸਮਾਈਲ ਦੇ ਰਹੇ ਨੇ ਕਿ ਪੰਗੇ ਪਾਓਗੇ। ਸੋ ਤੁਸੀਂ ਦੱਸੋ, ਆਪੇ ਵੋਲੰਟੀਅਰ ਕਰੋ, ਹੂ ਵਿਲ ਗੋ ਫਰਸਟ? ਚਲੋ ਆਈਲ ਗੋ ਫਰਸਟ। ਓਕੇ ਹਸ਼ਨੀਨ, which is your favorite place on earth? ਮਾਈ ਹਾਊਸ। What is your current obsession? अब मैं एक टर्किश सीरियल देख रही हाँ, बहुत बुरी तरह ऑब्सेस्ड हुई हुई हाँ, तो मैं ਉਹਦੇ 70 एपिसोड्स देख चुकी हाँ। Oh ਤੇ ਉਹਦੇ God! 250 ਤੋਂ ਵੀ ਉੱਤੇ ਨੇ ਕੁਝ। ਅੱਛਾ, something that you own ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ? Something that I own which is very close to me, I think my nanny's belongings. She's passed away but I have her clothes, her earrings with me. Something you can't live without? A goal or motive in life. Okay, ਇੱਕ hobby ਜੋ ਤੁਸੀਂ ਕਦੇ ਨਹੀਂ give up ਕਰੋਗੇ? Dancing in the middle of the night. ਉੱਠ ਕੇ ਉਹੀ ਬਸ। ਅੱਛਾ, one habit you just want to give up? Getting up late in the morning. Because you are dancing in the middle of the night. ਇੱਕ hobby ਜੋ ਤੁਸੀਂ ਸਿੱਖਣਾ ਚਾਹੁੰਦੇ ਹੋ? Horse riding. ਕੋਈ ਇੱਕ ਐਸੀ ਚੀਜ਼ ਜੋ ਕਿਸੇ ਨੇ ਤੁਹਾਨੂੰ ਦਿੱਤੀ ਹੋਏ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ? ਮੈਨੂੰ ਮੇਰੇ ਇੱਕ ਬਰਥਡੇ 'ਤੇ ਨਾ ਕੀ ਚੇਨ ਦਿੱਤੀ ਗਈ ਸੀਗੀ, ਅਤੇ ਉਹਦੇ 'ਤੇ ਇਨਗਰੇਵ ਕਰਕੇ ਲਿਖਵਾਇਆ ਹੋਇਆ ਸੀ ਹਸ਼ਟੀਨਸ ਗੋਲਡਨ ਬਰਥਡੇ। ਸੋ ਇਟਸ 23 ਅਗਸਟ ਐਂਡ ਉਦੋਂ ਮੈਂ 23 ਸਾਲਾਂ ਦੀ ਹੋਈ ਸੀ, ਸੋ ਦੈਟਸ ਗੋਲਡਨ ਬਰਥਡੇ। ਅਤੇ ਮੈਨੂੰ ਉਹ ਚੀਜ਼ ਬਹੁਤ ਕਿਊਟ ਲੱਗਦੀ ਹੈ ਅਤੇ ਮੈਂ ਹਾਲੇ ਤੱਕ ਆਪਦੇ ਕੋਲ ਸਾਂਭ ਕੇ ਰੱਖੀ ਹੋਈ ਹੈ। ਓਕੇ, ਅੱਜ ਜਦੋਂ ਤੁਸੀਂ ਆ ਰਹੇ ਸੀ ਤੁਹਾਡੀ ਗੱਡੀ 'ਚ ਕਿਹੜਾ ਗਾਣਾ ਚੱਲ ਰਿਹਾ ਸੀ? ਮੈਂ ਗੱਡੀ 'ਚ ਕੋਈ ਗਾਣਾ ਚਲਾ ਕੇ ਨਹੀਂ ਆਈ ਹੈਗੀ। ਮੈਂ ਆਪਣੇ ਪਾਪਾ ਨਾਲ ਟਰੈਵਲ ਕਰਕੇ ਆਈ ਅਤੇ ਕੁਝ ਵੀ ਨਹੀਂ ਚੱਲ ਰਿਹਾ ਸੀਗਾ, ਸੁੱਤੀ ਆ ਰਹੀ ਸੀ ਮੈਂ ਰਸਤੇ 'ਚ। ਓਕੇ, ਯੋਰ ਫਰਸਟ ਸਟੇਜ ਔਰ ਕੈਮਰਾ ਮੈਮਰੀ? ਮਾਈ ਫਰਸਟ ਸਟੇਜ ਵਾਜ਼ ਇਨ ਕਲਾਸ 6th। ਮੈਂ ਆਪਦੇ ਸਕੂਲ ਦਾ ਐਨੂਅਲ ਫੰਕਸ਼ਨ ਹੋਸਟ ਕੀਤਾ ਸੀ। ਬਿਗੇਸਟ ਟਰਨ ਆਫ ਕਿ ਇਸ ਚੀਜ਼ ਤੋਂ ਮੈਨੂੰ ਬਹੁਤ ਗੁੱਸਾ ਚੜਦਾ ਇਫ ਸਮਬਡੀ ਇਜ਼ ਡੂਇੰਗ ਮੈਨੀਪੂਲੇਸ਼ਨ। ਜਦੋਂ ਕੋਈ ਬਹੁਤ ਆਪਦੇ ਆਪ ਨੂੰ ਸਿਆਣਾ ਬਣ ਕੇ ਜਾਂ ਫਿਰ ਤੁਹਾਡਾ ਨੇੜੇ ਦਾ ਬਣ ਕੇ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦਾ ਅਤੇ ਪਤਾ ਹੈ ਕਿ ਉਹਦੇ 'ਚ ਕੋਈ ਸੱਚਾਈ ਨਹੀਂ ਹੈ, ਮੇਰਾ ਮੂੰਹ 'ਤੇ ਥੱਪੜ ਮਾਰਨ ਨੂੰ ਜੀ ਕਰਦਾ। ਹੈਵ ਯੂ ਸਲੈਪਡ ਅ ਕੋਸਟਾਰ ਇਨ ਯੋਰ ਹੈਡ? ਹਾਂ। ਯੋਰ ਬਿਗੇਸਟ ਫੀਅਰ? ਹਾਂ, ਕਦੇ ਕਦੇ ਐਵੇਂ ਲੱਗਦਾ ਹੈਗਾ ਕਿ ਜੋ ਮੈਂ ਸੋਚਿਆ ਹੈ ਅਬਾਊਟ ਦ ਕਾਈਂਡ ਆਫ ਲਾਈਫ ਆਈ ਵਾਂਟ, ਮੇ ਬੀ ਜੇ ਉਹ ਨਾ ਹੋ ਪਾਇਆ ਤਾਂ ਉਹ ਬਹੁਤ ਵੱਡਾ ਡਰ ਹੈ। ਤੇ ਤੁਹਾਡੇ ਲਈ ਕਿਸੇ ਦਾ ਫੈਸ਼ਨ ਸਟੇਟਮੈਂਟ ਕੀ ਵੈਲਿਊ ਰੱਖਦਾ? ਆਈ ਡੋਂਟ ਲਾਈਕ ਦ ਬ੍ਰਾਂਡ ਅਪਰੋਚ, ਜੋ ਬੇਸਿਕਲੀ ਹੈਗਾ ਕਿ ਠੀਕ ਹੈ ਤੁਹਾਡੇ ਜੋ ਪਾਇਆ ਹੋਵੇ ਕੰਫਰਟੇਬਲ ਲੱਗੇ, ਸੋਹਣਾ ਲੱਗੇ, ਬਟ ਜ਼ਰੂਰੀ ਨਹੀਂ ਹੈ ਕਿ ਉਹ ਬ੍ਰਾਂਡਡ ਹੀ ਹੋਣਾ ਚਾਹੀਦਾ। ਓਕੇ, ਸਮਥਿੰਗ ਯੂ ਰੀਅਲੀ ਹੇਟ? ਗੌਸਿਪਿੰਗ। ਬਹੁਤ ਜ਼ਿਆਦਾ ਨਫ਼ਰਤ ਹੈ ਕਿ ਕਿਸੇ ਦੀ ਚੁਗਲੀ ਕਰ ਦੋ, ਉਹਦੀ ਕਰ ਲਓ, ਕਾਂਟ ਟੋਲਰੇਟ ਦੈਟ। ਵਨ ਥਿੰਗ ਅਬਾਊਟ ਦ ਇੰਡਸਟਰੀ ਜੋ ਤੁਹਾਨੂੰ ਬਹੁਤ ਚੰਗੀ ਲੱਗਦੀ ਹੈ? ਆਈ ਥਿੰਕ ਜੇ ਮੇਰੇ ਐਕਸਪੀਰੀਅੰਸ ਤੋਂ ਬਹੁਤ ਪਿਆਰ ਨਾਲ ਵੀ ਰਹਿੰਦੇ ਨੇ ਲੋਕ ਇੱਥੇ, ਅਤੇ ਮੈਨੂੰ ਆਈ ਹੈਵ ਹੈਡ ਲਾਈਕ ਰੀਅਲੀ ਗੁੱਡ ਐਕਸਪੀਰੀਅੰਸਿਸ ਸੋ ਫਾਰ, ਅਤੇ ਬਹੁਤ ਪਿਆਰ ਨਾਲ ਇੱਕ ਦੂਜੇ ਨੂੰ ਸਮਝ ਕੇ, ਐਵੇਂ ਨਹੀਂ ਮੈਂ ਕਹਿੰਦੀ ਹੈਗੀ ਕਿ ਸਾਰੇ ਇੱਦਾਂ ਦੇ ਹੁੰਦੇ ਨੇ, ਬਟ
that is a good thing ਕਿ ਬਹੁਤ ਇੱਜ਼ਤ ਮਾਨ ਨਾਲ ਪਿਆਰ ਨਾਲ ਰਹਿੰਦੇ ਨੇ ਲੋਕ। And one thing that you really don't like about the industry? ਕਿ ਆਪਦੀ ਗੱਲਾਂ ਨੂੰ ਬਹੁਤ ਵੱਡਾ ਬਣਾ ਕੇ ਦੱਸਦੇ ਨੇ ਵੀ ਗੱਲ ਐਡੀ ਕੁ ਹੁੰਦੀ ਆ ਉਹਨੂੰ ਬਣਾ ਕੇ ਇੰਨਾ ਦੱਸਿਆ ਜਾਂਦਾ। I don't like that. True, she has done fabulously well. Very nice. ਤਾਂ ਹੀ ਤਾਂ ਮੈਨੂੰ ਟੈਨਸ਼ਨ ਹੋ ਗਈ ਵੀ ਮੇਰਾ ਔਖਾ ਹੋ ਜਾਣਾ ਕੰਮ। ਹਰਦੀਪ ਜੀ ਹੁਣ ਤੁਸੀਂ ਕੁਐਸਚਨ ਪੇਪਰ ਤੇ ਸੁਣ ਹੀ ਲਿਆ ਹੈ। ਅੱਛਾ ਸੇਮ ਕੁਐਸਚਨਸ ਨੇ। ਹਾਂਜੀ ਹੁਣ ਤੁਸੀਂ ਬਸ ਆਰਾਮ ਮੈਨੂੰ ਨਾਲ ਪਹਿਲਾਂ ਦੱਸ ਆਹ ਦਿੰਦੇ ਤਾਂ ਮੈਂ ਸਾਰੀ ਕੰਮ ਤਾਂ ਸੌਖਾ ਕਰਤਾ। ਸੇਮ ਨੇ। ਓਕੇ ਹਰਦੀਪ ਜੀ your favorite place on earth? ਹਾਂ ਨਹੀਂ ਉਹ ਮੇਰਾ ਘਰ ਹੀ ਆ। ਓਕੇ ਤੁਹਾਡਾ ਆਬਸੈਸ਼ਨ ਕੀ ਹੈ, ਕੀ ਕਰਦੇ ਰਹਿੰਦੇ ਹੋ ਤੁਸੀਂ ਬਾਰ-ਬਾਰ ਮੁੜ-ਮੁੜ ਕੇ? ਬਾਰ-ਬਾਰ ਮੈਨੂੰ ਨਾ ਫਿਲਮਾਂ ਦੇਖਣ ਦਾ ਬਹੁਤ ਸ਼ੌਂਕ ਆ, ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਵੀ। ਓਕੇ ਤੁਸੀਂ something that you own which is very close to your heart? ਮੇਰੀ ਫੈਮਿਲੀ। Something you can't live without? ਮਿਊਜ਼ਿਕ। ਇੱਕ ਹੌਬੀ ਜੋ ਤੁਸੀਂ ਕਦੀ ਗਿਵ ਅਪ ਨਹੀਂ ਕਰੋਗੇ? ਕਿਸੇ ਲਈ ਸੱਚਾ ਹੋਣਾ। ਤੇ ਇੱਕ ਹੌਬੀ ਜੋ ਤੁਸੀਂ ਜਾਂ ਹੈਬਿਟ ਜੋ ਤੁਸੀਂ ਬਹੁਤ ਜਲਦੀ ਗਿਵ ਅਪ ਕਰਨਾ ਚਾਹੁੰਦੇ ਹੋ? ਮੈਂ ਚਾਹੁੰਦਾ ਕਿ ਮੈਂ ਥੋੜਾ ਗੁੱਸਾ ਘੱਟ ਕਰਾਂ ਜਾਂ ਮਤਲਬ ਸੀਰੀਅਸ ਘੱਟ ਰਵਾਂ। ਰਵਾਂ। ਓਕੇ ਤੇ ਇੱਕ ਹੌਬੀ ਜੋ ਤੁਸੀਂ ਸਿੱਖਣਾ ਚਾਹੁੰਦੇ ਹੋ? ਸਿੱਖਣਾ ਚਾਹੁੰਦੇ ਆ ਟੂ ਬੀ ਹਨਾ ਐਂਟਰਟੇਨ ਕਰਨਾ। ਐਂਟਰਟੇਨ ਇਨ ਦਾ ਸੈਂਸ ਜੇ ਨਾਲ ਤੁਹਾਡੇ ਦੋ ਜਣੇ ਬੈਠੇ ਆ ਤਾਂ ਉਹਨਾਂ ਨੂੰ ਖੁਸ਼ ਕਰਨਾ ਹਨਾ, ਗੱਲਾਂ ਬਾਤਾਂ ਜੀ ਕਰਨੀਆਂ। ਉਹ ਅੱਛਾ ਤੁਸੀਂ ਇੰਟਰੋਵਰਟ ਹੋ? ਹਾਂ। a gift which is very close to your heart? ਗਿਫਟ ਤਾਂ ਸੱਚ ਕੋਈ ਨਹੀਂ, ਮੇਰੇ ਛੋਟੇ ਹੁੰਦੇ ਦੀ ਫੋਟੋ ਆ ਇੱਕ, ਉਹ ਬਸ ਉਹ ਜਿਹੜਾ ਉਹ ਪੋਜ਼ ਆ ਮੈਨੂੰ ਉਹਦੇ ਚ ਇਨੋਸੈਂਸ ਜੀ ਬੜੀ ਵਧੀਆ ਲੱਗਦੀ ਆ ਆਪਣੀ ਖੁਦ ਦੀ ਹੋਈ। Song ਤੁਹਾਡੀ ਗੱਡੀ 'ਚ ਜਿਹੜਾ ਤੁਸੀਂ ਅੱਜ ਕੱਲ੍ਹ ਪਲੇ ਕਰ ਰਹੇ ਹੋ? ਮੈਂ ਬਹੁਤ ਗਾਣੇ ਸੁਣਦਾ ਅਸਲ 'ਚ 90s ਦੇ ਗਾਣੇ ਜ਼ਿਆਦਾ ਸੁਣਦਾ ਮੈਂ, ਪੁਰਾਣੇ। ਤੇ ਜਿਹੜਾ ਲੇਟੈਸਟ ਗਾਣੇ ਹੁਣ ਮੈਂ ਤੁਹਾਨੂੰ ਦੱਸੂਗਾ, ਉਹ ਮੂਵੀ ਸੀਗੀ ਰਾਮ ਲਖਨ ਅਨਿਲ ਕਪੂਰ ਹੋਣਾ ਦੀ। ਜੀ ਜੀ ਜੀ। ਤੇ ਉਹਦੇ ਗਾਣੇ ਸੁਣ ਰਿਹਾ ਮੈਂ ਬਹੁਤ, ਮਤਲਬ ਮੈਂ ਇੰਨਾ ਪੁਰਾਣਾ ਗਾਣੇ ਸੁਣਦਾ। ਉਹ ਬਹੁਤ ਚੰਗੇ ਨੇ ਉਹ ਗਾਣੇ, ਮੈਨੂੰ ਤਾਂ ਬਹੁਤ ਵਧੀਆ ਲੱਗਦਾ। ਵਾਈਬ। ਅੱਛਾ your first camera or stage memory? 3rd 'ਚ ਸੀ ਜਦੋਂ ਭੰਗੜਾ ਪਾਇਆ ਸੀ। Okay, have you slapped your co-star in your head? ਹਾਂ ਕੀਤਾ ਹੋਊਗਾ, ਬਹੁਤ ਵਾਰ ਕੀਤਾ ਹੋਊਗਾ। Your biggest turn off? ਉਹ ਤਾਂ ਮੈਂ ਖਿੱਚਦਾ ਬਹੁਤ ਛੇਤੀਆਂ ਵੈਸੇ ਵੀ, ਮਤਲਬ ਇਹਦਾ ਮਤਲਬ ਇਹ ਹੈ ਯਾਰ ਕਿਹੜੀ ਚੀਜ਼ ਤੋਂ ਖਿੱਚ ਜਾਂਦੇ ਹੋ ਵੀ ਸਭ ਤੋਂ Turn off ਦਾ ਜ਼ਿਆਦਾ ਮਤਲਬ ਤੁਹਾਨੂੰ ਕਿਹੜੀ ਖਿੱਚਣਾ। ਚੀਜ਼ ਖਿਚਾਉਂਦੀ ਆ? ਇਹ ਖਿਜਾਉਂਦੀ ਇਹ ਆ ਵੀ ਜਦੋਂ ਕੋਈ ਨਾ ਸਿੰਸੀਅਰ ਹੋ ਕੇ ਮੇਰੇ ਮੂਹਰੇ ਮਤਲਬ ਕੰਮ ਨਹੀਂ ਕਰਦਾ, ਜਿਹੜੇ ਕੰਮ 'ਚ ਮੈਂ ਆਪਣੀ ਇਨਪੁਟ ਪਾ ਰਿਹਾ ਤੇ ਮੇਰਾ ਕੋਈ ਸਬਆਰਡੀਨੇਟ ਵੈਸੇ ਤਾਂ ਨਹੀਂ ਇਦਾਂ ਹੁੰਦਾ, ਪਰ ਜੇ ਨਾ ਕਰੇ ਫਿਰ ਮੈਨੂੰ ਬਹੁਤ ਖਿੱਚ ਚੜਦੀ ਆ, ਫਿਰ ਉਹ ਸਲੈਪ ਇਨ ਮਾਈ ਹੈਡ ਜਿਹੜਾ। ਤੁਹਾਡਾ ਬਿਗੇਸਟ ਫੀਅਰ? ਮੇਰਾ ਬਿਗੇਸਟ ਫੀਅਰ ਇਹ ਆ ਕਿ ਜੋ ਮੈਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਬਣੇ ਜਾਂ ਮਿਊਜ਼ਿਕ 'ਚ ਇਨਵੋਲਵਡ ਆ ਵੀ ਉਹ ਤੋਂ ਦੂਰ ਨਾ ਹੋ ਜਾਵਾਂ। ਤੇ ਇੰਡਸਟਰੀ ਦੀ ਇੱਕ ਬਹੁਤ ਚੰਗੀ ਗੱਲ ਤੇ ਇੱਕ ਬਹੁਤ ਮਾੜੀ ਗੱਲ? ਚੰਗੀ ਗੱਲ ਇਹੀ ਆ ਵੀ ਸਾਨੂੰ ਇਸ ਕੰਮ ਦੀ ਮੈਂ ਕਹੂੰਗਾ ਚੰਗੀ ਗੱਲ ਇਹ ਆ ਵੀ ਸਾਨੂੰ ਬਹੁਤ ਲਿਬਰਟੀ ਮਿਲਦੀ ਆ ਬਹੁਤ ਤਰ੍ਹਾਂ ਦੇ ਕਰੈਕਟਰਸ ਨਿਭਾਉਣ ਦੀ, ਬਹੁਤ ਜ਼ਿਆਦਾ। ਕੁਝ ਵੀ ਕਿਤੇ ਵੀ ਜਾ ਸਕਦੇ ਆ ਅਸੀਂ, ਟਰੈਵਲਿੰਗ ਬਹੁਤ ਆ ਸਾਡੀ ਹੈ ਨਾ, ਐਡਵੈਂਚਰ ਬਹੁਤ ਆ ਸਾਡੇ ਕੰਮ ਦੇ ਵਿੱਚ, ਇਹ ਚੰਗੀ ਗੱਲ ਆ। ਰਾਈਟ। ਤੇ ਮਾੜੀ ਗੱਲ ਇਹ ਆ ਵੀ ਥੋੜਾ ਜਿਹਾ ਆਪਾਂ ਇੱਥੇ ਫੇਕ ਚੱਲਦੇ ਆ ਇੰਡਸਟਰੀ 'ਚ, ਬਹੁਤ ਫੇਕਨੈਸ ਆ। ਰਾਈਟ। ਓਕੇ ਯੂ ਗਾਈਜ਼ ਹੈਵ ਡਨ ਐਕਸਟ੍ਰੀਮਲੀ ਵੈਲ। ਬਹੁਤ ਸੱਚੀ ਬਹੁਤ ਓਨੈਸਟ ਰੈਪਿਡ ਫਾਇਰ ਸੀ ਹੁਣ ਤੱਕ ਦਾ, ਹਿਸਟਰੀ ਦਾ ਓਨੈਸਟ ਰੈਪਿਡ ਫਾਇਰ ਸੀਗਾ। ਵਿਨਰ ਕੌਣ ਹੈ? ਆਈ ਥਿੰਕ ਹਸ਼ਨੀਨ। ਠੀਕ ਆ, ਮੈਂ ਪਹਿਲਾਂ ਇਹਨਾਂ ਨੇ ਪੰਗਾ ਲਿਆ, ਇਹ ਉਹੀ ਗੱਲ ਹੋ ਗਈ ਨਾ ਜਿਹਨੇ ਪਹਿਲਾਂ ਰਿਸਕ ਲਿਆ, ਬਸ ਉਹੀ। ਅੱਛਾ ਸੋ ਫॉर ਬੈਚ 2013 ਮੈਂ ਸੁਣਿਆ ਕਿ ਤੁਸੀਂ ਆਡੀਸ਼ਨਸ ਵੀ ਕੰਡਕਟ ਕੀਤੇ ਸੀ ਫॉर ਪਲੇਇੰਗ ਦੈਟ ਬੈਚ 2013 ਦੇ ਜੋ ਸਾਰੇ ਕੈਰੈਕਟਰਸ ਨੇ। ਜੀ। ਉਹ ਐਕਸਪੀਰੀਅੰਸ ਕਿ ਪੰਜਾਬ 'ਚ ਕੋਈ ਆਡੀਸ਼ਨ ਕਰ ਰਿਹਾ, ਪ੍ਰੋਪਰ ਕਾਸਟਿੰਗ ਕਰ ਰਿਹਾ, ਪ੍ਰੋਪਰ ਕੈਰੈਕਟਰਸ ਨੂੰ ਦੇਖ ਕੇ ਰੱਖ ਰਿਹਾ, ਇਹ ਬਹੁਤ ਘੱਟ ਹੈ, ਬਹੁਤ ਨਿਊ ਹੈ ਹੀ ਨਹੀਂ। ਸੋ ਵਾਟ ਵਾਸ ਦੈਟ ਫॉर ਯੂ? ਨਹੀਂ ਮੈਂ ਨਾ ਸੋਚਿਆ ਸੀ ਇੱਕ ਦਿਨ, ਮੇਰੇ ਦਿਮਾਗ 'ਚ ਆਉਂਦਾ ਸੀ ਕਿ ਮੈਂ ਲਿਸਟ ਸ਼ੇਅਰ ਕਰਾਂ ਔਨ ਮਾਈ ਫੇਸਬੁੱਕ ਤੇ ਇੰਸਟਾ। ਮੈਂ ਇੱਕ ਲਿਸਟ ਸ਼ੇਅਰ ਕਰੂੰਗਾ, ਉਹਦੇ 'ਚ ਕਰੈਕਟਰ ਨੇਮਸ ਹੋਣਗੇ ਤੇ ਜਿਹੜੇ ਅਸੀਂ ਆਰਟਿਸਟ ਕਾਸਟ ਕੀਤੇ ਥਰੂ ਆਡੀਸ਼ਨਸ ਉਹ ਨਾਮ ਹੋਣਗੇ ਤੇ ਉਹਨਾਂ ਦੇ ਫੋਨ ਨੰਬਰ ਹੋਣਗੇ ਦੈਟ ਵੀ ਹੈਵ ਟਰਾਈਡ ਐਂਡ ਟੈਸਟਡ। ਸਾਡੇ ਨਾਲ ਇਹਨਾਂ ਨੇ ਕੰਮ ਕੀਤਾ, ਪ੍ਰੋਫੈਸ਼ਨਲ ਨੇ, ਚੰਗੇ ਆਰਟਿਸਟ ਨੇ, ਯੂ ਕੈਨ ਕੰਟੈਕਟ them ਹੈ ਨਾ। ਉਹ ਦੋ ਚੀਜ਼ਾਂ ਪ੍ਰੂਵ ਕਰੂਗੀ। ਪਹਿਲੀ ਚੀਜ਼ ਕਿ ਹਾਂ ਅਸੀਂ ਸੱਚੀ ਆਡੀਸ਼ਨਸ ਲਏ ਸੀ ਤੇ ਆਡੀਸ਼ਨਸ ਦੇ ਥਰੂ ਅਸੀਂ ਆਰਟਿਸਟ ਲੌਕ ਕੀਤੇ। ਸੈਕਿੰਡ ਇਹ ਕਿ ਉਹ ਮੈਨੂੰ ਤਾਂ ਬਹੁਤ ਹੈਰਾਨਗੀ ਹੋਈ ਯਾਰ, ਸਾਡੇ ਪੰਜਾਬ 'ਚ ਤਾਂ ਕ੍ਰੀਏਟੀਵਿਟੀ ਬਹੁਤ, ਮਤਲਬ ਆਰਟਿਸਟ ਬਹੁਤ ਵਧੀਆ ਤੋਂ ਵਧੀਆ ਆਰਟਿਸਟ ਪਏ ਆ ਹੈ ਨਾ, ਜਿਹੜੇ ਆਰਟਿਸਟ ਨੂੰ ਈਵਨ ਕਿ ਇੱਕ ਡਾਇਲੋਗ ਵੀ ਨਹੀਂ ਸੀ ਦਿੱਤਾ, ਅਸੀਂ ਟੀਮ ਦਾ ਮੈਂਬਰ ਆ ਬਟ ਡਾਇਲੋਗ ਨਹੀਂ ਹੈਗੇ, ਸਾਨੂੰ ਉਹਨਾਂ ਨੇ ਇੰਨਾ ਮਤਲਬ ਸਰਪ੍ਰਾਈਜ਼ ਕੀਤਾ ਕਿ ਹੁਣ ਅਸੀਂ ਸੋਚ ਰਹੇ ਹਾਂ ਵੀ ਯਾਰ ਅਸੀਂ ਇਹਨਾਂ ਨੂੰ, ਇੰਨੇ ਚੰਗੇ ਆਰਟਿਸਟ ਨੇ ਵੀ ਇਹਨਾਂ ਨੂੰ ਡਾਇਲੋਗ ਦੇ ਦਿੰਦੇ ਜਾਂ ਨੈਕਸਟ ਪ੍ਰੋਜੈਕਟ 'ਚ ਇਹਨਾਂ ਲਈ ਅਸੀਂ ਵਧੀਆ ਰੋਲ ਰੱਖਾਂਗੇ, ਕਰੈਕਟਰ ਰੱਖਾਂਗੇ।
ਜੀ। that's really good। ਮੈਂ ਜਦੋਂ ਇਹ ਚੀਜ਼ ਫਾਈਂਡ ਆਊਟ ਕੀਤੀ ਕਿ ਆਡੀਸ਼ਨ ਹੋਇਆ ਹੈ, ਹਾਂਜੀ I was very happy ਕਿ ਬਹੁਤ ਘੱਟ ਕਾਸਟਿੰਗ ਕੁਸਟਿੰਗ ਵਾਲਾ ਪ੍ਰੋਸੈਸ ਇਦਾਂ ਕਰਕੇ ਬਹੁਤ ਆਪਣੇ ਇੱਥੇ ਘੱਟ ਸਾਡਾ ਸਰਨਾ ਵੀ ਹੈ ਨਹੀਂ ਸੀ ਨਾ ਐਕਚੁਅਲੀ actually। ਇਦਾਂ ਵੀ ਬਹੁਤ ਹੁੰਦਾ ਹੈ ਕਿ ਆਡੀਸ਼ਨਸ ਰੱਖੇ ਜਾਂਦੇ ਨੇ ਕਦੇ ਕਦੇ ਹਾਂ, ਫਿਲਮਾਂ ਹਾਂ। ਵਾਸਤੇ, ਬਟ ਉਹ ਆਡੀਸ਼ਨਸ ਜਸਟ ਪਤਾ ਨਹੀਂ ਕਿ It's ਕੋਈ for the ਦਿਖਾਵਾ sake of, ਹੁੰਦਾ ਹਾਂ, show off। ਕਿ ਜਾਂ ਫਿਰ ਕੋਈ ਉਹਨਾਂ ਨੇ ਇੱਕ ਅੱਧਾ ਕੈਰੈਕਟਰ ਫਿਲ ਕਰਨਾ ਹੁੰਦਾ ਜਿਹਦੀ ਕੋਈ ਪ੍ਰੈਜ਼ੈਂਸ ਬਹੁਤੀ ਮੈਟਰ ਕਰਦੀ ਵੀ ਨਹੀਂ ਹੁੰਦੀ। ਰਾਈਟ ਬਟ ਤੁਸੀਂ ਪੂਰਾ ਤੁਹਾਡਾ ਸਕੁਆਡ ਸੀਗਾ ਉਹ 20 ਬੰਦਿਆਂ ਦਾ ਤਾਂ ਇਹੀ ਸਕੁਆਡ ਹੋ ਗਿਆ ਨਾ। ਹਾਂ ਤੇ ਉਹਦੇ ਚੋਂ 6-7 ਕਰੈਕਟਰ ਤਾਂ ਜਿਹੜੇ ਮੇਨ ਨੇ, ਜਿਨ੍ਹਾਂ ਦੇ ਡਾਇਲੌਗਸ ਨੇ ਆ, ਜਿਹੜੇ ਇਫੈਕਟ ਕਰਦੇ ਆ ਸਟੋਰੀ ਨੂੰ, ਜਿਹੜੇ ਬਾਕੀ ਵੀ ਨੇ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਨੂੰ ਐਂ ਲੱਗਿਆ ਵੀ ਯਾਰ ਇਹ ਤਾਂ ਇੰਨੇ ਵਧੀਆ ਐਕਟਰ ਨੇ ਹਨਾ, ਵੀ ਇੰਨਾ ਭੰਡਾਰ ਮਿਲ ਗਿਆ ਸਾਨੂੰ ਆਰਟਿਸਟਾਂ ਦਾ ਵੀ ਅੱਗੇ ਵਾਸਤੇ ਅਸੀਂ ਜਿਹੜਾ ਮਰਜ਼ੀ ਪੰਗਾ ਲੈ ਲਈਏ, ਵੀ ਐਕਟਰ ਹੀ ਬਹੁਤ ਨੇ ਦੁਨੀਆ ਤੇ, ਤਾਂ ਪੰਜਾਬ 'ਚ ਇੰਨੇ ਸੋਹਣੇ ਸੋਹਣੇ ਐਕਟਰ ਨੇ। ਡੈਫੀਨੇਟਲੀ। ਐਂਡ ਪੰਜਾਬ ਦੇ ਵਿੱਚ ਜਿਹੜੇ ਇਹ 2 ਐਕਟਰਸ ਨੇ ਤੇ ਤੁਹਾਡੀ ਜਿਹੜੀ ਟੀਮ ਹੈ, ਸਾਨੂੰ ਬਹੁਤ ਭਰੋਸਾ ਹੈ ਤੁਹਾਡੇ ਤੇ। ਐਂਡ ਐਜ਼ ਆਈ ਸੈਡ ਇਨ ਦੀ ਇੰਟਰੋ ਦੈਟ ਤੁਸੀਂ ਕੁਝ ਵੀ ਐਵੇਂ ਹੀ ਕੁਝ ਨਹੀਂ ਲੈ ਕੇ ਆਉਂਦੇ ਨਹੀਂ ਹੋ। ਬਸ ਇਹੀ ਜਿਹੜੀ We ਤੁਸੀਂ have that ਇੰਟਰੋ ਕਹੀ ਨਾ, ਮੈਨੂੰ ਇੰਟਰੋ ਬੜੀ ਮਤਲਬ ਸਾਡੇ ਵੱਲੋਂ ਇੱਕ ਸਾਡੇ ਲਈ ਇੱਕ ਕੰਪਲੀਮੈਂਟ ਕਹਿ ਲਓ, ਜਾਂ ਇਹੀ ਸਾਡੇ ਤੇ ਵਿਸ਼ਵਾਸ ਜਿਹੜਾ ਲੋਕਾਂ ਦਾ ਹੈਗਾ, ਉਹੀ ਅਸੀਂ ਤਾਂ ਇਹੀ ਕਹਾਂਗੇ ਵੀ ਇਹ ਵਿਸ਼ਵਾਸ ਲੋਕਾਂ ਦਾ ਅਸੀਂ ਡੋਲਣ ਨਹੀਂ ਦੇਵਾਂਗੇ, ਸਾਡਾ ਵਾਅਦਾ। Okay, on that positive note, thank you so much for coming Hashneen and Hardeep ji। Thank you ਤੁਸੀਂ ਇੱਥੇ you, ਆਏ and all Sara। the very best for your film। ਥੈਂਕ ਯੂ ਥੈਂਕ ਯੂ ਸਰ। ਇਹ ਸੀਗਾ ਜੀ PTC Showcase। For now, bye bye, take care, ਸਤਿ ਸ਼੍ਰੀ ਅਕਾਲ।